स्वागत है पीटीसी न्यूज़ विस्तार दर्शकों का। मैं हरप्रीत सिंह, तुम देख रहे हो गिलको प्रेजेंट्स विचार तकरार। एक अहम मुद्दे ते विचार चर्चा लैके एक बार फिर तो तुहाडे सामने हाजिर हाँ। सिक्ख्या सब तो वड्डा, सब तो मुढ़ला जरूरी हक हर इंसान का, बच्चे तो लैके वड्डे तक बंदा सिखदा ही रहिंदा सारी उम्र। और हुण दी मौजूदा सरकार का सब तो वड्डा नारा भी सत्ता दे विच आउण तो पहलां यही सीगा, सेहत ते सिक्ख्या साडीआं प्रायोरिटीज़ रहणगीआं, पहल के आधार पर असीं सिक्ख्या ते सेहत ते काम करांगे। अज दो तीन ਵੱਖ-ਵੱਖ मुद्दे ਜਿਹੜੇ डायरैक्टली इनडायरैक्टली सिक्ख्या दे नाल जुड़ते हैं, उस ते ही विचार चर्चा लैके तुहाडे सामने हाज़र होए हां। पिछले कुछ समय दे विच असीं देख रहे हैं कि पंजाब दे विच जिन्ने वड्डे इम्तिहान हो रहे हैं जां ओह लीक हो रहे हैं जां उहनां दे विच किसी ना किसी पासों कोई घोटाला हुंदा है जो कई तरह दीआं शक दीआं सूईआं घुमांदा है। हाल ही दे विच कल PSTET यानी कि जिन्हों असीं टैट भी कहने कि पंजाब दा टैट दा जिहड़ा इम्तिहान है ਉਹਦੇ ਵਿੱਚ ਇੱਕ ਵੱਡੀ ਉਣਤਾਈ ਪਾਈ ਗਈ, ਉਹਦੇ ਵਿੱਚ ਇੱਕ ਵੱਡੀ ਅਣਗਹਿਲੀ ਪਾਈ। ਇੱਕ ਮੁੱਦਾ ਤਾਂ ਇਹ ਆ। ਦੂਜਾ ਮੁੱਦਾ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਦੋ ਵੱਡੇ ਇਮਤਿਹਾਨ ਨੇ ਜਿਹੜੇ ਉਹ ਰੱਦ ਹੋਏ। ਕਈ ਥਾਵਾਂ ਤੇ ਉਹ ਪੇਪਰ ਲੀਕ ਹੋ ਗਿਆ ਤਾਂ ਰੱਦ ਕਰਨੇ ਪਏ, ਕਈ ਥਾਵਾਂ ਤੇ ਉਸ ਦੇ ਵਿੱਚ ਵੱਡਾ ਘੁਟਾਲਾ ਹੋਇਆ ਤਾਂ ਰੱਦ ਕਰਨਾ ਪਿਆ, ਦੁਬਾਰਾ ਉਹ ਐਗਜ਼ਾਮ ਹੋਏਗਾ। ਇੱਕ ਮੁੱਦਾ ਇਹ ਹੈ। ਤੀਸਰਾ ਮੁੱਦਾ, ਸਭ ਤੋਂ ਵੱਡਾ ਮੁੱਦਾ ਇਹ ਹੈ ਪੰਜਾਬੀ ਯੂਨੀਵਰਸਿਟੀ ਦਾ ਮੁੱਦਾ। दुनिया के इक्को एक अजिही यूनिवर्सिटी है जिहड़ी लैंगुएज से जिहड़ी भाषा ते बनी हुई है, जिसका नाम है पंजाबी यूनिवर्सिटी। पंजाबी यूनिवर्सिटी पिछले काफ़ी समय तो माड़े हालातों दे विचों निकल रही है। उन्हां हालातों दे विचों कड्ढण दे लई जद तक सरकार बांह नहीं फड़ेगी तद तक ये यूनिवर्सिटी अपने आप निकल नहीं पाएगी। ये वार वार दावा किया जाता रहा। मौजूदा मुख मंत्री साहब ने भी यह दावा किया सीगा कि जद तक विद्या कर्ज रहत रहेगी ਤਾਂ ਉਹ ਕਦੇ ਵੀ ਪਸਾਰ ਨਹੀਂ ਹੋ ਸਕਦਾ। ਇਸ ਕਰਕੇ ਵਿਦਿਆ ਨੂੰ ਕਰਜ਼ ਮੁਕਤ ਕਰਨਾ ਸਾਡੀ ਪ੍ਰਾਇੋਰਟੀ ਰਹੇਗੀ, ਪਰ ਉਸ ਦੇ ਵਿੱਚੋਂ ਖਰੇ ਨਹੀਂ ਉਤਰੇ ਕਿਉਂਕਿ ਜੋ ਗ੍ਰਾਂਟ ਸਾਲਾਨਾ ਗ੍ਰਾਂਟ ਦਿੱਤੀ ਜਾਂਦੀ ਹੈ ਪੰਜਾਬੀ ਯੂਨੀਵਰਸਿਟੀ ਨੂੰ, ਉਮੀਦ ਤਾਂ ਇਹ ਸੀ ਕਿ ਵਧਾ ਕੇ ਦਿੱਤੀ ਜਾਏਗੀ, ਪਰ ਉਸ ਦੇ ਵਿੱਚੋਂ ਵੀ ਇੱਕ ਵੱਡਾ ਕੱਟ ਲਗਾ ਕੇ ਯੂਨੀਵਰਸਿਟੀ ਨੂੰ ਹੁਣ ਗ੍ਰਾਂਟ ਦਿੱਤੀ ਜਾ ਰਹੀ ਹੈ, ਜਿਸ ਦਾ ਚੁਫੇਰਿਓਂ ਹੀ ਵਿਰੋਧ ਪ੍ਰਦਰਸ਼ਨ ਹੋ ਰਿਹਾ। ਸੋ ਇਹ ਸਾਰੇ ਮੁੱਦਿਆਂ ਤੇ ਅੱਜ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਇੱਕ ਜਿਹੇ ਅਹਿਮ ਮੁੱਦੇ ਦੇ ਨਾਲ ਕਰ ਦਿੰਦੇ ਹਾਂ। ਉਹ ਪੁਆਇੰਟਰ ਤੁਹਾਨੂੰ ਦੱਸ ਦਿੰਦੇ ਹਾਂ। PS ਟੈਟ ਜਿਹਨੂੰ ਕਿ ਕੱਲ ਐਗਜ਼ਾਮ ਹੋਇਆ ਪੂਰੇ ਪੰਜਾਬ ਦੇ ਵਿੱਚ, ਉਸ ਦਾ ਵਿੱਚ ਉਣਤਾਈ ਕੀ ਰਹੀ, ਕੀ ਹੋਇਆ, ਇਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ। ਔਰ ਕਿਉਂਕਿ ਇਹ ਵੱਡਾ ਮਸਲਾ ਸੀਗਾ, ਇਸ ਮਸਲੇ ਦੇ ਵਿੱਚ ਕੀ ਕੁਛ ਰਿਹਾ ਖਾਸ ਇਹ ਤੁਹਾਨੂੰ ਦੱਸਦੇ ਹਾਂ। ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ ਦੇ ਵਿੱਚ ਵੱਡੀ ਅਣਗਹਿਲੀ ਪਾਈ ਗਈ ਹੈ। ਕੀ ਵੱਡੀ ਅਣਗਹਿਲੀ ਪਾਈ ਗਈ ਉਹ ਵੀ ਤੁਹਾਨੂੰ ਦੱਸਦੇ ਹਾਂ। ਸੋਸ਼ਲ ਸਟੱਡੀਜ਼ ਦੇ ਪੇਪਰ ਦੇ ਵਿੱਚੋਂ 60 ਦੇ ਵਿੱਚੋਂ 57 ਉੱਤਰ ਹਾਈਲਾਈਟ ਕਰ ਦਿੱਤੇ ਗਏ। पेपर ਦੇ ਵਿੱਚ ਦਿੱਤੇ ਵਿਕਲਪਾਂ ਦੇ ਵਿੱਚ ਸਹੀ ਉੱਤਰਾਂ ਨੂੰ ਗੂੜਾ ਕੀਤਾ ਗਿਆ, ਯਾਨੀ ਕਿ ਬੋਲਡ ਕਰ ਦਿੱਤਾ ਗਿਆ, ਜਿੱਥੋਂ ਸਾਫ਼ ਪਤਾ ਲੱਗਦਾ ਸੀ ਕਿ ਇਹੀ ਸਹੀ ਆਨਸਰ ਹੈ। ਸਿੱਖਿਆ ਮੰਤਰੀ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ 2 ਮੈਂਬਰੀ ਕਮੇਟੀ ਗਠਿਤ ਕੀਤੀ ਗਈ। CM ਭਗਵੰਤ ਮਾਨ ਨੇ ਪੁਲਿਸ ਨੂੰ ਤੁਰੰਤ ਦੋਸ਼ੀਆਂ ਨੂੰ ਦੇ ਗ੍ਰਿਫਤਾਰੀ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਪੰਜਾਬ ਦੇ ਟੈਟ ਦੇ ਪੇਪਰ ਦੇ ਵਿੱਚ ਹੋਈਆਂ ਲਾਪਰਵਾਹੀਆਂ, ਗੜਬੜੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਹੁਣ ਬਿਨਾਂ ਕਿਸੇ ਫੀਸ ਤੋਂ GNDU ਦੁਬਾਰਾ ਇਹ ਪ੍ਰੀਖਿਆ ਕਰਵਾਏਗੀ। ਪ੍ਰਸ਼ਨ ਪੱਤਰ ਦੇ ਪੰਜਾਬੀ ਅਨੁਵਾਦ ਨੂੰ ਵੀ ਲੈ ਕੇ ਸਵਾਲ ਉੱਠੇ ਨੇ। सरकार माँ बोली प्रमोट करने ਲਈ कई बार कह चुकी है, ਵੱਡੀਆਂ ਤਿਆਰੀਆਂ भी करती है, पर ਅੱਜ ਆਪ ਹੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ ਗਈ। PSTET ਪ੍ਰੀਖਿਆ ਦੇ ਵਿੱਚ ਕਈ ਥਾਵਾਂ ਤੇ ਪੰਜਾਬੀ ਅਨੁਵਾਦ ਦੇ ਵਿੱਚ ਵੱਡੀਆਂ ਗਲਤੀਆਂ ਪਾਈਆਂ ਗਈਆਂ। ਪ੍ਰੀਖਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰਾਂ ਵਿੱਚ ਪ੍ਰਸ਼ਨ ਪੱਤਰ ਸਾਡੇ ਤੋਂ ਵਾਪਸ ਲੈ ਲਏ ਗਏ, ਪਰ ਪ੍ਰੀਖਿਆ ਮਗਰੋਂ ਉਮੀਦਵਾਰ ਨਾਲ ਲੈ ਜਾ ਸਕਦੇ ਨੇ। ਪ੍ਰਸ਼ਨ ਪੱਤਰ ਪ੍ਰੀਖਿਆਰਥੀਆਂ ਦਾ ਦੋਸ਼, ਪੰਜਾਬ ਸਰਕਾਰ ਨੇ ਆਪਣੀ ਗਲਤੀ ਲੁਕਾਉਣ ਲਈ ਅਜਿਹਾ ਕੀਤਾ। ਔਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਇਸ ਮਸਲੇ ਦੇ ਵਿੱਚ ਕਾਰਵਾਈ ਹੋ ਗਈ ਹੈ ਔਰ 2 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੁੜੇ ਹੋਏ ਇਹ ਦੋਨੋਂ ਮੁਲਾਜ਼ਮ ਸੀ ਜਿਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸੋ ਇਹ ਸਭ ਤੋਂ ਵੱਡਾ ਮੁੱਦਾ ਰਿਹਾ। ਹੋਇਆ ਦਰਅਸਲ ਇਹ ਸੀਗਾ ਕਿ ਜਦੋਂ ਪ੍ਰਸ਼ਨ ਪੱਤਰ ਆਏ ਸੀਗਾ ਉਹਨਾਂ ਆਪਸ਼ਨਸ ਦੇ ਵਿੱਚੋਂ ਇੱਕ ਜਿਹੜਾ ਆਪਸ਼ਨ ਸੀਗਾ ਉਹ ਹਾਈਲਾਈਟਡ ਸੀਗਾ, उसनू बोल्ड किया होया सीगा। जे कोई 5वीं जमात का विद्यार्थी भी एग्जाम दिंदा हुंदा तो उन्होंने पता लग जाता ये जिहड़ा बोल्ड किया गया आंसर है यही सही है। सो इस करके रौला बहुत पै गया तो अज वो प्रीख्या रद्द करने का ऐलान कर दिता गया। दोबारा ये प्रीख्या होएगी, यानी कि वो विद्यार्थी जिहड़े कई किलोमीटर दूर अपना कामकार छड्ड के आते हैं उन्होंने दोबारा मुड़ तो खजल खुआरी सहनी पेगी। किराया भी लगता है, रहन सहन का भी, खाण पीण के भी पैसे लगते हैं। सो ये मुश्किलों के नाल 2-4 उन्होंने होना पेगा। हालांकि सरकार ने कहा कि असीं दोबारा फीस नहीं लवांगे। सो नवीं बनी सरकार के राज दे हुण 3 वड्डे इम्तिहान हुण तक रद्द हो चुके हैं। ये कोई पहला मामला नहीं है। 3 इम्तिहान, सब तो पहला नायब तहसीलदार के पेपर रद्द होए। तुहानूं याद होएगा कि नायब तहसीलदार के पेपरों के एक वड्डा घोटाला होया सी, जिस दे बारे खुलासा सी कीता सीगा। डॉक्टर प्यारेलाल गर्ग साहब भी मौजूद ने जिन्होंने सारी इस बारे जानकारी है। PPSC वर्गी संस्था ने यह इम्तिहान लिया सीगा। बहुत सारे परीक्षार्थियों ने जो आवाज़ चुकी तो फिर यह पता लगा कि हाँ ये घोटाला होया, इस करके वो इम्तिहान रद्द किया गया। हुण दोबारा होएगा। कुछ दिन पहला 12वीं का इंग्लिश का पेपर भी रद्द हो गया सीगा।
पंजाब स्कूल एजुकेशन बोर्ड ने इम्तिहान तो कुछ घंटे पहला ही ये पेपर रद्द किया। पहला तो ये कहा गया कि तकनीकी खराबी करके या तकनीकी कोई फॉल्ट है उस करके रद्द किया गया, पर बाद में पता लग्या कि 12वीं का इंग्लिश का पेपर भी लीक हो गया सी, इस करके इसनूं रद्द कर दिता सीगा और हुण ये दोबारा होएगा। सो विद्यार्थियों को नमोशी का सामना करना पिया सी और हुण एक साल दे विच तीजी वारी PSTET यानी कि जिन्हों पंजाब टैट भी असीं कहने वो भी रद्द हो गया। विभाग की वड्डी अणगैली कारण ये पेपर रद्द होया और सवालों के नाल जवाब भी छाप दिते गए सीगे। हालांकि 2 मुलाजम ने जिहड़े वो उन्होंने मुअत्तल कर दिता गया। सरकार ने इम्तिहान दोबारा लैण का ऐलान कर दिता है। सो ये GNDU ने तुरंत प्रभाव नाल 2 प्रोफैसर ने जिहड़े वो मुअत्तल कर दिते ने इस पूरे मसले दे विच। और ये सारिया चीज़ां ने जिहड़ियां ये ਜਿਹੜੇ विद्यार्थी ने उन्होंने मन के कई तरह के शंके पैदा करदियां ने। जिन्हां दे एग्जाम सही भी होए होने हैं, शायद उन्होंने जहन दे विच भी ये गल आवेगी कि यार हो सकता है कि साडे इम्तिहान वेले भी यही कुछ होया होवे, पेपर लीक हो गए होण। सो ये जिहड़े गल्लां ने इन्हां तो किवें सरकार बच सकदी है, ये ध्यान रखना पेगा। और हुण एक होर अहम मुद्दे की भी जानकारी दे दिंदे आ, फिर आपां चर्चा नूं अगे वधाने आ। पंजाबी यूनिवर्सिटी दे विच पटियाला जिहड़ी यूनिवर्सिटी है पंजाबी यूनिवर्सिटी, उस दे विच वित्ती ग्रांट जिहड़ी है उस ते कटौती का मामला हाईलाइट होया। कटौती की गई है उसकी ग्रांट दे विच यूनिवर्सिटी के अध्यापक विद्यार्थी ते कर्मचारियों का अज प्रदर्शन देखने को मिला। यूनिवर्सिटी के मुख गेट के बाहर सूबा सरकार के खिलाफ जम के नारेबाजी की गई। उन्होंने कहा कि ग्रांट वधाउण की थां घटाउण का फैसला बेहद मंदभागा है। पहला ही कर्जे हेठ चल रही यूनिवर्सिटी है और यूनिवर्सिटी है जिहड़ी किवें सरवाइव करेगी एक वड्डा सवाल है। दरअसल यूनिवर्सिटी को हाले तक 200 करोड़ रुपए की ग्रांट मिल रही सी, मंग तो सी 360 करोड़ रुपए की, पर उन्होंने मिलिया 164 करोड़। जिहड़ी मौजूदा मिलती है उस दे विच भी कटौती लगी है। हाल ही दे विच मुख्यमंत्री भगवंत मान ने विद्या नूं कर्ज मुक्त करन की गल कही सी। यूनिवर्सिटी दे विच हो गए सीगे, वो कहंदे सीगे कि असीं जिहड़ी यूनिवर्सिटी है उसनूं कर्ज मुक्त कर दांगे। और पंजाबी यूनिवर्सिटी वाइस चांसलर होरां ने फेसबुक ते एक पोस्ट भी पाई। उन्होंने कहा कि इदां तां विद्या कदे भी कर्ज मुक्त नहीं हो सकती, ये फैसला मंदभागा नमोशी वाला है जिहड़ी साडी ग्रांट कट्टी गई है। एक तुहानूं वो क्लिप दिखा दिंदे आ भगवंत मान होरां दी, जदों वो पंजाबी यूनिवर्सिटी दे हाल ही दे विच पंजाबी यूनिवर्सिटी दे विच एक दौरे दौरान गए सी तो उन्होंने की ऐलान किया सी। मैनूं बड़ा दुख होया कि चलो किसान तक रजाई ने, कई बारी इंडस्ट्री वाले भी कर्जे थले आ जाते हैं, कई आप लोन ते कार भी ले लें। पर मैनूं दुख इस गल का होया कि साडी विद्या भी करजाई है। मतलब करजाई विद्या चो की पालांगे आपां फिर। मैं तुहानूं ये गारंटी देना बड़ी जल्दी पंजाबी यूनिवर्सिटी की विद्या जिहड़ी है वो कर्जा मुक्त हो जाए। सो जिहड़े विद्यार्थी सामने बैठ के ताड़ियां मार रहे सी, अज उही विद्यार्थी यूनिवर्सिटी के गेट के बाहर बैठ के धरने ला रहे हैं, धरने मार रहे हैं, सरकार के खिलाफ प्रदर्शन करने कि साडे नाल धोखा होया। सो इस पूरे मुद्दे ते गलबात करने लई, क्योंकि ये 2-3 मुद्दे ने अहम मुद्दे ने, विद्या नाल जुड़े हुए मुद्दे ने, इस बारे गलबात करने लई साडे नाल खास मेहमान जुड़े हुए हैं। प्रोफैसर प्यारेलाल गर्ग साहब साबका रजिस्ट्रार ने बाबा फरीद यूनिवर्सिटी के, वो साडे नाल जुड़े हुए हैं। VMS ग्रोवर साहब MD ने ज्ञानम इंस्टीट्यूट के, वो साडे नाल जुड़े हुए हैं। प्रोफैसर सुमेर सीड़ा साहब साबका प्रोफैसर ने पंजाबी यूनिवर्सिटी पटियाला तो, वो भी साडे नाल जुड़े हुए हैं। और जगजीत सिंह धूरी साहब मन्निया परमन्निया नाम प्रधान ने जैक दे, वो भी साडे नाल जुड़े हुए हैं। बहुत बहुत स्वागत है सारे मेहमानों का, क्योंकि मुद्दा बहुत संगीन है, गंभीर है। थोड़े तो गलती होंदी है, एक बार होंदी है, 2 बार होंदी है, 3-3 बार इन्नियां वड्डियां गलतियां जिसका खमियाजा विद्यार्थियों को भुगतना पिया। ना सिर्फ खर्चा वधेगा क्योंकि चूना सरकार नूं भी लग्या, सरकार ने फीसां लईआं, फीसां लैके एग्जाम कंडक्ट कराया, एग्जाम रद्द हो गया, दोबारा एग्जाम कंडक्ट कराना पेगा, दोबारा सारा खर्चा होएगा विद्यार्थियों का भी, उन्हों का भी। सो ये सारे मुद्दे ने जिहड़े वो विद्यार्थियों का मनोबल किते ना किते तोड़ते हैं। शुरुआत प्यारेलाल गर्ग साहब तो करते हैं। गर्ग साहब, इदां दे इम्तिहानां दे विच गड़बड़ियां होणियां, लीक होने या कोई घटाला होना, ये नॉर्मल जिहियां चीज़ां ने, ये हुंदियां रहिंदियां ने, या एक तो बाद एक 3 वड्डे इम्तिहान इस तरह लीक होने या उन्हां दे विच कोई गड़बड़ होनी, ये एक वड्डा सवालिया निशान जरूर खड़ा करता? देखो हरप्रीत जी, ये सवालिया निशान तो पक्का हैगा ही हैगा, तो कोई दो राय नहीं है जी कि जे तुसीं चाहे भर्ती का इम्तिहान करते हो, चाहे तुसीं एलिजिबिलिटी का यानी कि पात्रता का, ये तो पात्रता के इम्तिहान से भर्ती वास्ते नहीं सी जी जी, जे वो थोड़े सारे पेपर लीक होंदे ने तां नड़ाकी तो बहुत वड्डे सवाल खड़े होंदे ने जी। ते वैसे भावें हाई कोर्ट ने पेपर करिया सी इन्हां दा, हरियाणे का PCS का वो भी लीक होया, हरियाणे च लीक होया, दिल्ली च लीक होया,
ਪੇਪਰ ਲੀਕ ਹੁੰਦੇ ਨੇ। ਪਰ ਜਿਹੜੀ ਇੱਕ ਵੱਡੀ ਗੱਲ ਹੈ, ਆ ਮੈਂ ਪੇਪਰ ਸਾਹਮਣੇ ਦਿਖਾ ਰਿਹਾ, ਇਹ ਮੈਨੂੰ ਕਿਸੇ ਨੇ ਭੇਜੇ ਨੇ ਜੀ। ਇਹਦੇ ਵਿੱਚ ਜਿਹੜਾ ਤੁਸੀਂ ਕਹਿ ਕੇ ਹਟੇ ਹੋ, ਜੇ ਸਾਰੀ ਦੀ ਸਾਰੀ ਪੰਜਾਬੀ ਗਲਤ ਹੈ, ਸਾਰੀ। ਆ ਮੈਂ ਪੀੜਾ ਕਰਿਆ ਹੋਇਆ, ਦੇਖ ਸਕਦੇ ਨੇ ਦਰਸ਼ਕ, ਦੇਖ ਰਹੇ ਕੱਲਾ ਕੱਲਾ ਪੇਜ ਮੈਂ ਦਿਖਾ ਸਕਦਾ। ਇਹ ਜੇ ਤੁਸੀਂ ਜੇ ਇੰਨਾ ਤੁਹਾਡਾ ਪੇਪਰ, ਉਹ ਕਿਸੇ ਨੇ ਕਿਹਾ ਕੰਪਿਊਟਰ, ਕਹਿੰਦਾ ਜੇ ਤਾਂ ਕੰਪਿਊਟਰ ਦੀ, ਉਹਦੀ ਪ੍ਰਿੰਟਰ ਦੀ ਜਾਂ ਕੰਪਿਊਟਰ ਦੀ ਗਲਤੀ ਹੈ। ਇਹ ਸਪੈਲਿੰਗ ਇੰਨੇ ਗਲਤ, ਟਰਾਂਸਲੇਸ਼ਨ ਪੰਜਾਬੀ ਅੰਗਰੇਜ਼ੀ ਤੋਂ ਪੰਜਾਬੀ ਚ ਗਲਤ ਜੇ ਉਹ ਲੱਥਾ ਹੈ, ਤੇ ਫਿਰ ਯੂਨੀਵਰਸਿਟੀ ਕਰਦੀ ਕੀ ਹੈ? ਅਸਲ ਚ ਸਾਡੇ ਸਮੱਸਿਆ ਕਿੱਥੇ ਆ ਗਈ ਹੈ ਜੀ? ਸਾਡਾ ਸਿਆਸਤਦਾਨ ਵਿਰੋਧੀ ਪਾਰਟੀ ਦੇ ਉੱਤੇ ਉਂਗਲਾਂ ਉਠਾਉਣ ਤੋਂ ਸਿਵਾਏ ਕੁਝ ਨਹੀਂ ਕਰਦਾ। ਜੇ ਉਹ ਇਹ ਗੱਲ ਤੇ ਆਵੇ ਕਿ ਜੀ ਇੱਕ ਤਾਂ ਜਿਹੜੇ ਬੰਦਿਆਂ ਨੂੰ ਜ਼ਿੰਮੇਵਾਰੀ ਦਿੱਤੀ ਆ ਉਹ ਸਰਕਾਰ A ਹੋਵੇ, B ਹੋਵੇ, C ਹੋਵੇ, ਬਿਲਕੁਲ ਉਹਨਾਂ ਨੂੰ ਆਪਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮੈਨੂੰ ਯਾਦ ਹੈ, ਮੈਂ ਇੱਕ ਲਾਈਨ 'ਚ ਕਹਿ ਕੇ ਇਹ ਗੱਲ ਨੂੰ ਖਤਮ ਕਰਾਂਗਾ, PMT ਦਾ ਪੇਪਰ MBS ਦੇ ਦਾਖਲੇ ਦਾ ਲੀਕ ਹੁੰਦਾ ਸੀ ਜੀ। ਕਾਂਗਰਸ ਸਰਕਾਰ ਨੇ ਮੈਨੂੰ ਤੇ ਵਾਈਸ ਚਾਂਸਲਰ ਨੂੰ ਲਾਇਆ ਸੀ, 1 ਸਾਲ ਬਾਅਦ ਹੀ ਅਕਾਲੀ ਸਰਕਾਰ ਆ ਗਈ। ਨਾ ਤਾਂ ਮੈਨੂੰ ਕਾਂਗਰਸ ਸਰਕਾਰ ਵੇਲੇ ਕਦੇ ਦਿੱਕਤ ਆਈ ਸੀ, ਨਾ ਮੈਨੂੰ 2 ਸਾਲ ਅਕਾਲੀ ਸਰਕਾਰ 'ਚ ਕਦੇ ਦਿੱਕਤ ਆਈ ਹੈ, ਨਾ ਮੈਨੂੰ ਕਿਸੇ ਨੇ ਕੋਈ ਸਿਫਾਰਿਸ਼ ਕਰੀ ਸੀ ਵੀ ਇਹਨੂੰ ਪਾਸ ਕਰ ਦਿਓ, ਇਹਨੂੰ ਫੇਲ ਕਰ ਦਿਓ, ਇਹਨੂੰ ਐਂ ਕਰ ਦਿਓ। ਬਲਕਿ ਜਦ ਵੀ ਅਸੀਂ ਸਰਕਾਰ ਕੋਲ ਮੁੱਦਾ ਲੈ ਕੇ ਗਏ, CM ਸਿੱਧੇ ਸਾਡੀ ਗੱਲ ਸੁਣਦੇ ਸੀਗੇ ਤੇ ਉਹਦਾ ਮਸਲਾ ਹੱਲ ਕਰਦੇ ਸੀ। ਪਰ ਪਹਿਲਾਂ ਇੱਕ ਗੱਲ ਜ਼ਰੂਰ ਕਰਦੇ ਸੀ, ਉਹ ਸਾਡੇ ਨਾਲ ਮੀਟਿੰਗ ਕਰਕੇ ਵੈਸੇ ਪੁੱਛਦੇ ਸੀ ਵੀ ਤੁਸੀਂ ਕਰ ਕੀ ਰਹੇ ਹੋ, ਕਿੰਨਾ ਤੁਹਾਨੂੰ ਪੈਸੇ ਦੀ ਸਮੱਸਿਆ ਜਾਂ ਕਿਸੇ ਚੀਜ਼ ਦੀ। ਪੈਸਾ ਤਾਂ ਸਾਨੂੰ ਕੋਈ ਯੂਨੀਵਰਸਿਟੀ ਨੂੰ ਦਿੰਦੇ ਨਹੀਂ ਸੀ, ਉਹ ਨਾ ਅਸੀਂ ਮੰਗਿਆ ਸੀ ਕਦੇ, ਨਾ ਉਹ ਦਿੰਦੇ ਸੀ। ਉਹ ਗ੍ਰਾਂਟ ਆਪੇ ਅਸੀਂ ਆਪਦੇ ਲੈਵਲ ਤੇ ਚਲਾਉਂਦੇ ਸੀ ਯੂਨੀਵਰਸਿਟੀ ਨੂੰ। ਹੁਣ ਇਹਨਾਂ ਨੂੰ ਤਾਂ ਗ੍ਰਾਂਟ ਮਿਲ ਰਹੀ ਹੈ, ਇਹਨਾਂ ਨੂੰ ਇੱਕ ਪਾਸੇ ਤਾਂ ਜਿਹੜੀ 200 ਤੁਸੀਂ ਕਿਹਾ ਬਿਲਕੁਲ ਠੀਕ, ਸੌਰੀ ਆਪਾਂ ਪੇਪਰ ਦੀ ਗੱਲ ਕਰ ਰਹੇ ਸੀ, ਜਿਹੜਾ ਪੇਪਰ ਲੀਕ ਹੁੰਦਾ ਹੈ ਉਹ ਉੱਥੇ ਪੇਪਰ ਲੀਕ ਅਸੀਂ ਬੰਦ ਕਰਿਆ। ਉਹ ਪੇਪਰ ਲੀਕ ਅੱਜ ਤੱਕ ਦੁਬਾਰਾ PMT ਦਾ ਪੇਪਰ ਲੀਕ ਨਹੀਂ ਹੋਇਆ, ਜਿੰਨਾ ਚਿਰ ਸਰਕਾਰ ਜਾਣੀ ਕਿ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈਂਦੀ ਰਹੀ। ਉਹ ਤਕਰੀਬਨ 2014-15 ਜਾ ਕੇ ਸੈਂਟਰ 'ਚ ਨੀਟ ਸ਼ੁਰੂ ਹੋ ਗਿਆ, 15 ਤੱਕ 7 ਤੋਂ ਲੈ ਕੇ 15 ਤੱਕ ਪੇਪਰ ਲੀਕ ਬੰਦ ਰਿਹਾ। ਉਹ 'ਚ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ, ਉਦੋਂ ਬਾਅਦ ਅਕਾਲੀ BJP ਰਹੀ ਹੈ। ਸੋ ਇਹ ਨਹੀਂ ਹੈ, ਜਿਹੜੇ ਅਧਿਕਾਰੀ ਨੇ ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹੁਣ PPSC ਦਾ ਪੇਪਰ ਲੀਕ ਹੋਇਆ, ਮੈਂ ਉਹੀ ਗਰਗ ਸਾਹਿਬ ਤੁਹਾਡੇ ਕੋਲ ਹੀ ਆਉਣ ਲੱਗਾ ਸੀਗਾ, ਤੁਸੀਂ ਤੁਹਾਡੇ ਕੋਲ ਵੀ ਉਹ ਬੱਚੇ ਆਏ ਸੀ, ਉਹ ਬੱਚੇ ਮੇਰੇ ਕੋਲ ਜਦੋਂ ਇੰਟਰਵਿਊ ਦੇਣ ਆਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਗਰਗ ਸਾਹਿਬ ਕੋਲ ਗਏ ਸੀਗੇ, ਗਰਗ ਸਾਹਿਬ ਨੇ ਸਾਨੂੰ ਸਹੀ ਦਿਸ਼ਾ ਦਿਖਾਈ ਹੈ। ਮੈਨੂੰ ਇਹ ਦੱਸੋ, ਹੁਣ PPSC ਵਰਗੀ ਇੰਨੀ ਵੱਡੀ ਸੰਸਥਾ ਐਗਜ਼ਾਮ ਕੰਡਕਟ ਕਰਾ ਰਹੀ ਹੈ, ਜੇ ਉੱਥੇ ਵੀ ਘੁਟਾਲਾ ਹੋ ਰਿਹਾ, ਫਿਰ ਗਰਗ ਸਾਹਿਬ ਇਤਬਾਰ ਕਿਸ ਤੇ ਕਰੀਏ? ਨਹੀਂ ਇਤਬਾਰ ਕਿਉਂ ਜਾਣ ਕੇ ਕਰ ਰਹੇ ਨੇ। ਜੇ ਮੀਟਿੰਗ ਕਰਕੇ ਤੁਸੀਂ ਫੈਸਲਾ ਕਰ ਲਓ ਵੀ ਦੇਖੋ ਗੱਲ ਇਹ ਹੈ, ਇਹ ਜ਼ਿੰਮੇਵਾਰੀ ਤੁਹਾਡੀ ਹੈ, ਪੇਪਰ ਲੀਕ ਨਹੀਂ ਹੋਣਾ ਚਾਹੀਦਾ, ਸਰਕਾਰ ਦੀ ਬੇਇੱਜ਼ਤੀ ਹੁੰਦੀ ਹੈ, ਪੰਜਾਬ ਦੀ ਬੇਇੱਜ਼ਤੀ ਹੁੰਦੀ ਹੈ, ਵੀ ਇੱਥੇ ਤਾਂ ਜਿਹੜਾ ਮਰਜ਼ੀ ਜੋ ਮਰਜ਼ੀ ਕਰ ਲੇ, ਉਹਨਾਂ ਨੂੰ ਤਾਂ ਪੁੱਛਿਆ ਹੀ ਨਹੀਂ। ਜਿਹੜਾ ਪੁਲਿਸ ਨੇ ਇਨਕੁਆਇਰੀ ਕਰਕੇ ਵੀ ਜਿਹੜੇ ਹੇਰਾਫੇਰੀ ਕਰਨ ਵਾਲੇ ਬੱਚੇ ਸੀ, ਹੋਰ ਸੀ, ਉਹਨਾਂ ਨੂੰ ਫੜ ਲਿਆ। ਪਰ ਜਿਹੜਾ PPSC ਉਹਨੂੰ ਤਾਂ ਕਲੀਨ ਚਿੱਟ ਦੇ ਸੀ ਵੀ PPSC ਦਾ ਕੋਈ ਕਸੂਰ ਹੀ ਨਹੀਂ। ਮੈਂ ਤਾਂ ਅੱਜ ਵੀ ਕਹਿਣ ਨੂੰ ਤਿਆਰ ਹਾਂ, ਇੱਥੇ GNDU ਦਾ ਕਸੂਰ ਹੈ, ਉੱਥੇ PPSC ਦਾ ਕਸੂਰ ਹੈ, ਪੱਕੀ ਗੱਲ ਹੈ। ਲੱਭਦਾ ਹੁਣ ਜਿੱਦੇ ਮਰਜ਼ੀ ਬਹਿ ਜਾਣ, ਕਿਉਂਕਿ ਮੈਂ ਪੇਪਰ ਲੀਕ ਬੰਦ ਕਰੇ ਨੇ, ਮੈਨੂੰ ਉਹਨਾਂ ਦੀ ਕਦੀ ਕਦੀ ਟੈਕਨੀਕ ਪਤਾ ਹੈ, ਔਰ ਮੈਂ ਪੂਰੀਆਂ ਪੁਲਿਸ ਦੀਆਂ ਇਨਕੁਆਇਰੀਆਂ ਕਰਵਾਈਆਂ ਨੇ, ਪੂਰਾ ਸਭ ਕੁਝ ਕਰਿਆ। ਸੋ ਮੇਰਾ ਕਹਿਣ ਦਾ ਮਤਲਬ ਹੈ, ਜਿਹੜੇ ਬੱਚੇ ਹੁੰਦੇ, ਤੁਸੀਂ ਬਿਲਕੁਲ ਠੀਕ ਕਿਹਾ ਹਰਪ੍ਰੀਤ ਜੀ, ਜਦ ਬੱਚੇ ਪੇਪਰ, ਚਲੋ ਪੇਪਰ ਤੁਸੀਂ ਕੈਂਸਲ ਕਰਤਾ, ਬੱਚੇ ਬੇਵਕੂਫ ਨੇ, ਪਹਿਲਾਂ ਆਏ ਉਹ, ਇੱਕ ਤਾਂ ਨੌਕਰੀਆਂ ਵੈਸੇ ਨਹੀਂ ਮਿਲਦੀਆਂ, BEd ਉਹਨਾਂ ਨੇ ਕਰੀ ਹੋਈ ਹੈ, ਪਹਿਲਾਂ ਉਹ ਪੇਪਰ ਦੀ ਤਿਆਰੀ ਕਰਕੇ ਆਏ ਨੇ, ਤੇ ਹੁਣ ਤੁਸੀਂ ਮੂੰਹ ਜਾ ਮਤਲਬ ਪਚੀੜ ਕੇ ਕਹਤਾ ਜੀ ਇਹ ਲੀਕ ਹੋ ਗਿਆ ਜੀ, ਹੁਣ ਅਸੀਂ ਦੁਬਾਰਾ ਕਰ, ਉਹ ਤਾਂ ਉਹਨਾਂ ਨੇ ਰੌਲਾ ਪਾਤਾ, ਜੇ ਨਾ ਪਾਉਂਦੇ ਇਹ ਐਂ ਚੱਲ ਜਾਣਾ। ਇਹ ਜ਼ਿੰਮੇਵਾਰੀ ਕਿ ਪੇਪਰ ਠੀਕ ਹੋਵੇ, ਜਿਹੜਾ ਪੇਪਰ ਦੇਣ ਵਾਲਾ ਉਹਨੂੰ ਯਕੀਨ ਹੋਵੇ ਕਿ ਜੋ ਮੈਂ ਕਰਿਆ ਸੀ ਉਹੀ ਨੰਬਰ ਲੱਗੇ ਨੇ, ਇਹ ਜ਼ਿੰਮੇਵਾਰੀ ਜਿਹੜੀ ਸੰਸਥਾ ਇਮਤਿਹਾਨ ਲੈਂਦੀ ਹੈ ਉਹਦੀ ਜ਼ਿੰਮੇਵਾਰੀ ਹੈ। ਤੇ ਸਰਕਾਰ ਦੀ ਜ਼ਿੰਮੇਵਾਰੀ 2 ਨੰਬਰ ਤੇ ਇਹ ਹੈ ਕਿ ਉਹ ਸੰਸਥਾ ਨੂੰ ਸਿੱਧਾ ਕਰਕੇ ਰੱਖੇ, ਜੇ ਉਹ ਸੰਸਥਾ ਕੰਮ ਨਹੀਂ ਕਰਦੀ ਉਹ ਤੇ ਐਕਸ਼ਨ ਲਵੇ। PPSC ਤੇ ਅੱਜ ਤੱਕ ਸਰਕਾਰ ਜਿਹੜਾ ਐਕਸ਼ਨ ਲੈ ਸਕਦੀ ਸੀ ਉਹ ਵੀ ਲਾਈਨ ਨੂੰ ਤਿਆਰ ਨਹੀਂ। ਔਰ ਵੱਡਾ ਸਵਾਲ ਇਹ ਹੈ, ਮੈਂ ਤਾਂ ਬੜੀ ਸੁਣ ਕੇ ਹੈਰਾਨਗੀ ਹੋਈ ਗਰਗ ਸਾਹਿਬ, ਕਿ ਆਮ ਤੌਰ ਤੇ ਜਿਹੜੇ ਇਮਤਿਹਾਨ ਹੁੰਦੇ ਨੇ, ਛੋਟੇ ਛੋਟੇ ਇਮਤਿਹਾਨਾਂ ਦੇ ਵਿੱਚ ਵੀ ਜੈਮਰ ਲਾਏ ਜਾਂਦੇ ਨੇ। ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੋਵੇ, ਉੱਥੇ ਜੈਮਰ ਹੀ ਨਹੀਂ ਲੱਗੇ। PPSC ਦੇ ਵਿੱਚ ਜੈਮਰ ਤੋਂ ਬਿਨਾਂ ਹੀ ਐਗਜ਼ਾਮ ਹੋ ਗਏ ਤੇ ਸਾਰਾ ਕੰਮ ਬਲੂਟੂਥ ਦੇ ਜ਼ਰੀਏ ਉਹ ਪੇਪਰਾਂ ਦੇ ਵਿੱਚ ਹੋ ਗਿਆ। ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋਲ, ਗਰੋਵਰ ਸਾਹਿਬ ਤੋਂ ਇੱਕ ਫਟਾਫਟ ਰਿਐਕਸ਼ਨ ਲੈ ਲਾ। ਗਰੋਵਰ ਸਾਹਿਬ, ਤੁਸੀਂ ਵੇਖਿਆ ਕਿ ਇਹਨਾਂ ਇਮਤਿਹਾਨਾਂ ਦੇ ਵਿੱਚ ਬੱਚੇ ਬਹੁਤ ਮਿਹਨਤ ਕਰਦੇ ਨੇ, ਤੁਹਾਡੇ ਪਿੱਛੇ ਤਸਵੀਰਾਂ ਅਸੀਂ ਬੱਚਿਆਂ ਦੇ ਦੇਖ ਰਹੇ ਹਾਂ, ਕੀ ਬੱਚਿਆਂ ਦੇ ਮਨੋਬਲ ਤੇ ਵੀ ਕੋਈ ਫਰਕ ਪੈਂਦਾ? ਕੋਈ ਬੱਚਾ, ਹੁਣ ਮੈਨੂੰ ਤਾਂ ਐਂ ਲੱਗਦਾ ਹੈ
ਕਿ ਜਿਹੜੇ ਬੱਚੇ ਐਗਜ਼ਾਮ ਦੇਣਗੇ 70 ਦੇ ਵਿੱਚੋਂ 67 ਨੰਬਰ ਉਹਨਾਂ ਦੇ ਪੱਕੇ ਹੋ ਗਏ, 67 ਆਨਸਰ ਉਹਨਾਂ ਦੇ ਪੱਕੇ ਹੋ ਗਏ, ਫਿਰ ਬੱਚਿਆਂ ਨੇ ਕਿਉਂ ਰੌਲਾ ਪਾਇਆ? ਉਹ ਤਾਂ ਸਾਰੇ ਠੀਕ ਹੀ ਹੋ ਰਹੇ ਸੀਗੇ, ਠੀਕ ਹੀ ਮਿਲ ਗਏ। ਜਾਂ ਤੁਹਾਨੂੰ ਲੱਗਦਾ ਕਿ ਜਿਹੜੇ ਬੱਚੇ ਨੇ ਮਿਹਨਤ ਕੀਤੀ ਹੁੰਦੀ ਆ ਉਹਨੂੰ ਤਾਂ ਲੱਗਦਾ ਮੇਰੀ ਮਿਹਨਤ ਤਾਂ ਗਈ ਪਾਣੀ ਦੇ ਵਿੱਚ, ਮੇਰੀ ਮਿਹਨਤ ਤਾਂ ਗਈ ਖੂਹ ਦੇ ਵਿੱਚ, ਸਾਰੇ ਆਨਸਰ ਜਿਹੜੇ ਉਹ ਲਿਖੇ ਲਿਖਾਏ ਮਿਲ ਗਏ? ਦੇਖੋ, ਪੇਪਰ ਲੈਣ ਦਾ ਇੱਕ ਬੇਸਿਕਲੀ ਪਰਪਸ ਕੀ ਹੈਗਾ? ਪਰਪਸ ਇਹ ਹੈ ਕਿ ਅਸੀਂ ਉਹ ਬੱਚੇ ਚੁਣਨੇ ਨੇ ਜਿਨ੍ਹਾਂ ਨੂੰ ਸਬਜੈਕਟ ਦੀ ਤਿਆਰੀ ਕੀਤੀ ਹੋਈ ਹੈ ਔਰ ਉਹਨਾਂ ਨੂੰ ਨੌਲੇਜ ਹੈ। ਜੇ ਅਸੀਂ ਪੇਪਰ ਪਹਿਲਾਂ ਸੋਲਵ ਕਰਕੇ ਹੀ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਤਾਂ ਇਸ ਤੋਂ ਵੱਡੀ ਕੁਤਾਹੀ ਕੀ ਹੋ ਸਕਦੀ ਹੈ ਕਿ ਜਿਹੜਾ ਨਲਾਇਕ ਬੱਚਾ ਉਹ ਵੀ ਪਾਸ ਹੋ ਜਾਏਗਾ, ਉਹਨੂੰ ਵੀ ਨੰਬਰ ਮਿਲ ਜਾਣੇ ਨੇ। ਫਿਰ ਪੇਪਰ ਲੈਣ ਦਾ ਫਾਇਦਾ ਕੀ ਹੋਇਆ? ਫਿਰ ਤਾਂ ਘਰ ਬੈਠੇ ਨੰਬਰ ਲਾ ਦਿਓ ਤੁਸੀਂ, ਪਰਪਸ ਤਾਂ ਡਿਫੀਟ ਹੋ ਗਿਆ ਨਾ ਤੁਹਾਡਾ ਸਾਰਾ। ਔਰ ਗਰਗ ਸਾਹਿਬ ਗੱਲ ਕਰ ਰਹੇ ਸੀਗੇ, ਨਕਲ ਦੀ ਗੱਲ ਵੀ ਕਰ ਰਹੇ ਸੀਗੇ। ਮੈਂ ਦੇਖਿਆ ਕਿ ਕਿਤੇ ਸਰਕਾਰਾਂ ਐਸੀ ਐਕਸ਼ਨ ਨਹੀਂ ਲੈਂਦੀਆਂ। ਇਸ ਤੋਂ ਪਹਿਲਾਂ ਕੋਆਪਰੇਟਿਵ ਬੈਂਕ ਨੇ ਪੇਪਰ ਲਿੱਤਾ ਸੀਗਾ ਔਰ ਮੈਨੂੰ ਯਾਦ ਹੈ ਉਹ ਪੇਪਰ ਵੀ ਜੀਐਨਡੀਯੂ ਯੂਨੀਵਰਸਿਟੀ ਨੇ ਲਿੱਤਾ ਸੀਗਾ। ਹਰ ਇੱਕ ਨੇ ਇੰਨਾ ਰੌਲਾ ਪਾਇਆ ਕਿ ਉਸ ਪੇਪਰ 'ਚ ਬਹੁਤ ਨਕਲ ਹੋਈ ਹੈ। ਉਹਦੇ 2-3 ਪੇਪਰ ਇਕੱਠੇ ਹੋਏ ਸੀਗੇ, ਪਰ ਉਹਨਾਂ ਨੇ ਇਹੀ ਕਿਹਾ ਕਿ ਜੀ ਇਹ ਤਾਂ ਸਿਰਫ ਕੋਈ ਇੰਸਟੀਟਿਊਸ਼ਨਸ ਹੈਗੀਆਂ ਨੇ, ਉਹ ਰੌਲਾ ਪਾਈ ਜਾਂਦੀਆਂ ਕਿਉਂਕਿ ਉਹਨਾਂ ਦੇ ਬੱਚੇ ਪਾਸ ਨਹੀਂ ਹੋਏ। ਮੈਂ ਤੁਹਾਨੂੰ ਜੇ YouTube ਦੇ ਉੱਤੇ ਬੱਚਿਆਂ ਦੇ ਕਮੈਂਟਸ ਪੜਾਵਾਂ, ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜਦੋਂ ਉਹਨਾਂ ਨੇ ਕਿਹਾ ਸੀ ਕਿ ਵੀ ਇਸ ਤਰੀਕੇ ਦੇ ਨਾਲ, ਕਿਉਂਕਿ ਸਾਡੇ ਨਾਲ ਤਾਂ ਬੱਚੇ ਪੜ੍ਹਦੇ ਨੇ ਉੱਥੇ, ਉਹਨਾਂ ਨੇ ਆ ਕੇ ਦੱਸਿਆ ਸੀਗਾ ਕਿ ਨਕਲਾਂ ਹੋਈਆਂ ਨੇ, ਕੋਈ ਐਕਸ਼ਨ ਨਹੀਂ ਹੋਇਆ। ਜਦੋਂ ਇਸ ਤਰੀਕੇ ਦਾ ਮਾਹੌਲ ਬਣ ਜਾਏ, ਕਿਉਂਕਿ ਇਹ ਗੱਲ ਪੁਰਾਣੀ ਹੈ, ਕਿਉਂਕਿ ਕੋਈ 1.5 ਸਾਲ ਹੋ ਗਿਆ ਪੇਪਰ ਹੋਇਆ ਪਹਿਲਾਂ ਉਹ, ਸੋ ਉਸ ਵੇਲੇ ਵੀ ਕੋਈ ਐਕਸ਼ਨ ਨਹੀਂ ਹੋਇਆ। ਜਦੋਂ ਕੋਈ ਐਕਸ਼ਨ ਨਾ ਹੋਵੇ ਤਾਂ ਫਿਰ ਹਾਲਾਤ ਇਸ ਤਰ੍ਹਾਂ ਹੀ ਪੈਦਾ ਹੋ ਜਾਂਦੇ ਕਿ ਇਹ ਨਲਾਇਕੀਆਂ ਹੁੰਦੀਆਂ ਨੇ ਜਿਹੜੀਆਂ ਕਿ ਹੁਣ ਤੁਹਾਡੇ ਸਾਹਮਣੇ ਹੋ ਰਹੀਆਂ ਨੇ, ਇਹ ਕਿ ਪੇਪਰਾਂ ਦੇ ਜਵਾਬ ਦੇ ਆਨਸਰ ਦੇ ਨਾਲ ਹੀ ਜਿਹੜਾ ਸੀ ਪੇਪਰ ਸਾਹਿਬ ਇੰਨੀ ਵੱਡੀ ਅਣਗਹਿਲੀ ਕਿਵੇਂ ਹੋ ਸਕਦੀ ਹੈ? ਇੰਨੀ ਵੱਡੀ ਅਣਗਹਿਲੀ ਵੀ ਉੱਤਰ ਇਹ ਕੀ ਜਿਹੜੇ ਉੱਤਰ ਕੀ ਹੈ ਉਹ ਬਣਾਇਆ ਜਾਂਦਾ, ਪਰ ਕੀ ਕਿਸੇ ਨੇ ਰਿਵਾਈਜ਼ ਹੀ ਨਹੀਂ ਕੀਤਾ, ਕਿਸੇ ਨੇ ਦੇਖਿਆ ਹੀ ਨਹੀਂ, ਪ੍ਰੀਵਿਊ ਹੀ ਨਹੀਂ ਕੀਤਾ ਵੀ ਅਸੀਂ ਇਹ ਦੇ ਕੀ ਰਹੇ ਹਾਂ, ਵੰਡ ਕੀ ਰਹੇ ਹਾਂ ਬੱਚਿਆਂ ਨੂੰ? ਇੰਨੀ ਵੱਡੀ ਅਣਗਹਿਲੀ। ਚਲੋ ਇੱਕ ਅੱਧੇ ਸਵਾਲ ਦੇ ਵਿੱਚ ਕੋਈ ਨੁਕਤਾਚੀਨੀ ਹੋਊਗੀ, ਕੋਈ ਰਹਿ ਗਿਆ, ਉਹ ਮੰਨਦੇ ਆ। ਪੂਰੇ ਦਾ ਪੂਰਾ ਪੇਪਰ ਹੈ ਜਿਹੜਾ ਉਹ ਹੱਲ ਕੀਤਾ ਹੋਏ ਬੱਚਿਆਂ ਨੂੰ ਕਿਵੇਂ ਚਲਾ ਗਿਆ? ਦੈਟ ਮੀਨਸ ਕਿ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਨਾ ਜੀ, ਪੇਪਰ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਇਹ ਕਿ ਕੀ ਅਸੀਂ ਦੇ ਰਹੇ ਹਾਂ। ਦੈਟ ਮੀਨਸ ਕਿ ਵੀ ਕੇਅਰਲੈਸਨੈਸ ਐਂਡ ਨੈਗਲੀਜੈਂਸ ਉਹ ਸਾਡੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਕੁਝ ਨਹੀਂ ਹੋਣਾ, ਜੋ ਮਰਜ਼ੀ ਕਰੀ ਜਾਈਏ, ਜਿਵੇਂ ਮਰਜ਼ੀ ਚੱਲੀ ਜਾਂਦਾ, ਚੱਲ ਰਿਹਾ ਸਿਸਟਮ ਇਹ। ਸੋ ਇਹ ਮੈਂ ਤੁਹਾਨੂੰ ਹੋਰ ਵੀ ਮਤਲਬ ਕਿ ਐਗਜ਼ਾਮਪਲ ਦੇ ਸਕਦੇ ਹਾਂ ਆਪਾਂ ਇਸ ਤਰੀਕੇ ਦੀਆਂ ਕਿ ਜਿਹੜੀਆਂ ਇਸ ਤਰ੍ਹਾਂ ਦੇ ਹੋਈਆਂ ਨੇ। ਮੈਂ ਹੁਣ ਇਕਨੋਮਿਕ ਸਰਵੇ ਪੜ੍ਹ ਰਿਹਾ ਸੀਗਾ ਜਿਹੜਾ ਕਿ ਹੁਣ ਆਇਆ, ਉਹਦੇ ਵਿੱਚ ਲਿਖਿਆ ਕਿ ਪੰਜਾਬ ਦੀ ਜਿਹੜੀ ਗਰੋਥ ਹੈਗੀ ਆ ਉਹ 6.3% ਤੋਂ ਵੱਧ ਕੇ 6.1% ਹੋ ਗਈ ਹੈ। ਨਾ ਕਿਤੇ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਕਿ 6.3 ਵੱਧਦਾ ਕਿ 6.1 ਵੱਧਦਾ ਇਹ? ਸੋ ਇਹ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਕੇਅਰਲੈਸਨੈਸ ਇੰਨੀ ਜ਼ਿਆਦਾ ਵੱਧ ਗਈ ਹੈ। ਕਿਉਂ? ਕਿਉਂਕਿ ਸਿਸਟਮ ਸਾਡੇ ਦੇ ਵਿੱਚ ਜਿਹੜਾ ਸੀਗਾ ਇਹ ਪ੍ਰੋਫੈਸ਼ਨਲਿਜ਼ਮ ਜਿਹੜਾ ਸੀਗਾ ਉਹ ਨਹੀਂ ਰਿਹਾ ਉਹ, ਔਰ ਇਹਦੇ ਨਾਲ ਬੱਚਿਆਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਪੈ ਰਿਹਾ ਤੁਹਾਨੂੰ ਸਾਹਮਣੇ ਨਜ਼ਰ ਆ ਹੀ ਰਿਹਾ ਹੈ ਕਿ ਕਾਲਜਾਂ ਦੇ ਕਾਲਜ ਖਾਲੀ ਹੋ ਚੁੱਕੇ ਨੇ, ਉੱਥੇ ਬੱਚਿਆਂ ਦੀ ਐਡਮਿਸ਼ਨਾਂ ਹੋ ਨਹੀਂ ਰਹੀਆਂ। ਪੰਜਾਬ ਦਾ ਬੱਚਾ ਜਿਹੜਾ ਸੀਗਾ ਉਹ ਪੰਜਾਬ ਛੱਡ ਕੇ ਉਹ ਵਿਦੇਸ਼ਾਂ 'ਚ ਕੈਨੇਡਾ ਦੇ ਵਿੱਚ ਜਾ ਰਿਹਾ। ਪਿੱਛੇ ਪੇਪਰਾਂ 'ਚ ਆਇਆ ਸੀ ਕਿ 30 ਲੱਖ ਬੱਚਾ ਪਿਛਲੇ 5 ਸਾਲਾਂ ਦੇ ਵਿੱਚ ਵਿਦੇਸ਼ ਗਿਆ, ਔਰ ਮੈਨੂੰ ਕੋਈ ਇਹਦੇ ਵਿੱਚ ਕੋਈ ਕਹਿਣ ਦੇ ਹਰਜ਼ ਨਹੀਂ ਹੋਏਗਾ ਕਿ ਇਹਨਾਂ 30 ਲੱਖਾਂ 'ਚੋਂ 15 ਲੱਖ ਘੱਟੋ ਘੱਟ ਪੰਜਾਬ 'ਚੋਂ ਹੋਣਾ ਹੈ, ਜਿਹੜਾ ਬੱਚਾ ਬਾਹਰ ਚਲਾ ਗਿਆ। ਮੈਂ ਆਨਾ ਗਰੋਵਰ ਸਾਹਿਬ ਤੁਹਾਡੇ ਕੋਲ ਵਾਪਸ ਆਣਾ, ਫਿਰ ਪ੍ਰੋਫੈਸਰ ਸੁਮੇਧ ਸਿੰਡਾ ਸਾਹਿਬ ਕੋਲ ਚਲਾਂਗੇ। ਉਸ ਤੋਂ ਪਹਿਲਾਂ ਜਗਜੀਤ ਸਿੰਘ ਧੂਰੀ ਸਾਹਿਬ ਕੋਲ ਚੱਲਦੇ ਹਾਂ ਕਿ ਬੱਚਿਆਂ ਦੀ ਮਨੋਦਸ਼ਾ ਕੀ ਹੋ ਸਕਦੀ ਹੈ। ਕੱਲ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਵੱਖ-ਵੱਖ ਥਾਵਾਂ ਆਈਆਂ, ਬੱਚੇ ਰੋ ਰਹੇ ਸੀ, ਉਹ ਕਹਿ ਰਹੇ ਸੀ ਕਿ ਅਸੀਂ ਇੰਨੀ ਦੂਰੋਂ ਦਿਹਾੜੀ ਤੋੜ ਕੇ ਆਏ ਹਾਂ। ਕਈ ਬੱਚੇ ਕਹਿ ਰਹੇ ਸੀ ਸਾਡੇ ਕੋਲ ਤਾਂ ਕਿਰਾਇਆ ਦੇਣ ਜੋਗੇ ਪੈਸੇ ਨਹੀਂ ਸੀ, ਅਸੀਂ ਬੜੀ ਮੁਸ਼ਕਲ ਦੇ ਨਾਲ ਇੱਥੇ ਆਏ ਹਾਂ ਐਗਜ਼ਾਮ ਦੇਣ, ਔਰ ਜੋ ਐਗਜ਼ਾਮ ਦਾ ਅਸੀਂ ਹਾਲ ਦੇਖਿਆ ਯਕੀਨਨ ਤੌਰ ਤੇ ਇਹ ਰੱਦ ਹੋਏਗਾ ਹੀ ਹੋਏਗਾ। ਹਾਲਾਂਕਿ ਕੱਲ ਤੱਕ ਰੱਦ ਨਹੀਂ ਹੋਇਆ ਸੀਗਾ, ਪਰ ਉਹ ਕਹਿੰਦੇ ਸੀ ਸਾਨੂੰ ਪਤਾ ਕਿ ਇਹ ਇਮਤਿਹਾਨ ਰੱਦ ਹੋਣਾ, ਦੁਬਾਰਾ ਫਿਰ ਦੇਣ ਆਉਣਾ ਪਏਗਾ। ਵੀ ਕਿੱਡੀ ਖੱਜਲ ਖੁਆਰੀ ਹੈਗੀ ਹੈ। ਔਰ ਕੋਈ ਬੱਚਾ ਜੇ ਮੋਗੇ ਰਹਿੰਦਾ ਤਾਂ ਉਹਦਾ ਮੋਹਾਲੀ ਬਣਾਇਆ ਹੋਇਆ ਸਟੇਸ਼ਨ, ਜਿਹੜਾ ਕੋਈ ਮੋਹਾਲੀ ਹੈ ਤਾਂ ਉਹਦਾ ਬਠਿੰਡਾ ਸਟੇਸ਼ਨ ਬਣਾਇਆ ਹੋਇਆ। ਸੋ ਇਸ ਕਰਕੇ ਬੱਚਿਆਂ ਨੂੰ ਖੱਜਲ ਖੁਆਰੀ ਬਹੁਤ ਹੁੰਦੀ ਹੈ। ਜਗਜੀਤ ਸਿੰਘ ਧੂਰੀ ਸਾਹਿਬ ਇਹ ਹੁਣ ਸਰਕਾਰ ਨੇ ਐਕਸ਼ਨ ਤਾਂ ਲੈ ਲਿਆ, 2 ਮੁਲਾਜ਼ਮ ਮੁਅੱਤਲ ਕਰ ਦਿੱਤੇ ਨੇ ਔਰ ਕਹਿ ਰਹੇ ਨੇ ਕਿ ਉਹਨਾਂ ਦੀ ਅਰੈਸਟ ਵੀ ਅਸੀਂ ਪਾਵਾਂਗੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇੱਥੋਂ ਗੰਭੀਰਤਾ ਪਤਾ ਲੱਗਦੀ ਹੈ ਕਿ ਤੁਸੀਂ ਤਾਂ ਪ੍ਰੀਵਿਊ ਹੀ ਨਹੀਂ ਕਰਦੇ? ਕਿੰਨਾ ਲਾਈਟਲੀ ਲਿਆ ਤੁਸੀਂ ਇਸ ਇਮਤਿਹਾਨ ਨੂੰ ਕਿ ਕਿਸੇ ਨੇ ਪ੍ਰੀਵਿਊ ਹੀ ਨਹੀਂ ਕੀਤਾ ਕਿ ਘੱਟੋ ਘੱਟ ਪ੍ਰੀਵਿਊ ਤਾਂ ਕਰ ਲਈ ਕਿ ਅਸੀਂ ਬੱਚਿਆਂ ਨੂੰ ਦੇ ਕੇ ਰਹੇ ਹਾਂ। ਇੱਥੇ ਗੰਭੀਰਤਾ ਪਤਾ ਲੱਗਦੀ ਹੈ, ਭਾਵੇਂ ਉਹ ਜੀਐਨਡੀਯੂ ਦੀ ਹੋਵੇ, ਮੁਲਾਜ਼ਮਾਂ ਦੀ ਹੋਵੇ ਜਾਂ ਸਰਕਾਰ ਦੀ ਹੋਵੇ। ਜੀ ਹਰਪ੍ਰੀਤ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਦੇਖੋ ਪੇਪਰ ਜਿਵੇਂ ਗਰਗ ਸਾਹਿਬ ਨੇ ਕਿਹਾ ਪਹਿਲਾਂ ਵੀ ਕਿਤੇ ਨਾ ਕਿਤੇ ਹੁੰਦੇ ਰਹੇ ਨੇ ਲੀਕ, ਲੇਕਿਨ ਇਸ ਤਰ੍ਹਾਂ ਦੀ ਅਣਗਹਿਲੀ ਜਿਹੜੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ ਵੀ ਸਾਰੇ ਦਾ ਸਾਰਾ ਸੋਸ਼ਲ ਸਟੱਡੀ ਦਾ ਜਿਹੜਾ ਐਗਜ਼ਾਮ ਹੈ ਉਹ ਸੋਲਵ ਕਰਿਆ ਹੋਇਆ ਮਿਲ ਗਿਆ। ਜਦੋਂ ਮੇਰੀ ਕੈਂਡੀਡੇਟਸ ਨਾਲ ਗੱਲ ਹੋਈ ਹੈ ਉਹ ਕਹਿੰਦੇ ਅਸੀਂ 3-4 ਕੁਐਸਚਨ ਜਦੋਂ ਸੋਲਵ ਕੀਤੇ ਤੇ ਸਾਨੂੰ ਆਨਸਰ, ਅਸੀਂ ਕਰੈਕਟ ਆਨਸਰ ਦੇਖਿਆ ਤੇ ਉਹ ਬੋਲਡ ਹੋਇਆ ਸੀ। ਉਸ ਤੋਂ ਬਾਅਦ ਤਾਂ ਫਿਰ ਬੱਚਿਆਂ ਦਾ ਜ਼ੋਰ ਹੀ ਨਹੀਂ ਲੱਗਿਆ ਕਿਉਂਕਿ ਸਾਰੇ ਦਾ ਸਾਰਾ ਸੋਲਵਡ ਹੀ ਸੀਗਾ।
ਤੇ ਦੂਸਰਾ ਮੈਂ ਤੁਹਾਨੂੰ ਹਰਪ੍ਰੀਤ ਜੀ ਥੋੜਾ ਜਿਹਾ ਇਹਦੇ ਇਤਿਹਾਸ ਬਾਰੇ ਦੱਸ ਦਿਆਂ। ਮੈਂ ਟੀਚਰ ਐਲੀਜੀਬਿਲਟੀ ਟੈਸਟ ਇਹ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਸ਼ੁਰੂ ਹੋਇਆ ਸੀ, ਕਿਉਂਕਿ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੇ ਨਾਲ ਨਾਲ ਕੁਆਲਿਟੀ ਜਿਹੜੀ ਐਜੂਕੇਸ਼ਨ ਦੀ ਵੀ ਗੱਲ ਹੋਈ ਸੀ। ਇਸ ਲਈ ਇਹ ਟੈਸਟ ਪੰਜਾਬ ਦੇ ਵਿੱਚ ਪਹਿਲੀ ਵਾਰ 2011 ਦੇ ਵਿੱਚ ਸੀਟੈਕ ਮੋਹਾਲੀ ਵੱਲੋਂ ਹੋਇਆ ਜੀ। ਉਸ ਤੋਂ ਬਾਅਦ 2012 ਚ ਹੋਇਆ ਹੀ ਨਹੀਂ ਸੀ, 13 ਚ 2 ਵਾਰ ਹੋਇਆ, ਫਿਰ 14 ਚ 15 ਚ, ਤੇ ਹੁਣ ਜਿਹੜਾ ਇਸ ਟਾਈਮ ਕੱਲ ਪੇਪਰ ਹੋਇਆ ਇਹ ਵੀ ਪਿਛਲਾ ਸਾਲ ਪੂਰਾ ਲੰਘ ਗਿਆ, ਇਹਦੇ ਵਿੱਚ ਐਗਜ਼ਾਮ ਹੀ ਨਹੀਂ ਸੀ ਹੋਇਆ। ਤੇ ਹਰ ਇੱਕ ਸਟੇਟ ਲਈ ਇਹ ਕੰਪਲਸਰੀ ਆ ਵੀ ਉਹ ਘੱਟੋ ਘੱਟ ਇੱਕ ਵਾਰ ਉਹ ਟੀਚਰ ਐਲੀਜੀਬਿਲਟੀ ਟੈਸਟ ਜ਼ਰੂਰ ਕਰਵਾਵੇ, ਤੇ ਜੇ ਲੋੜ ਪਵੇ ਤਾਂ ਇੱਕ ਤੋਂ ਵੱਧ ਵਾਰ ਵੀ ਕਰਵਾਈ ਜਾ ਸਕਦੀ ਆ। ਕਿਉਂਕਿ ਹੁਣ ਜਿਹੜੀ ਟੀਚਰਸ ਦੀ ਅਪਾਇੰਟਮੈਂਟ ਆ ਉਹ ਸਿਰਫ ਟੀਚਰ ਐਲੀਜੀਬਿਲਟੀ ਟੈਸਟ ਦੇ ਹੋਣੀ ਆ, ਇਸ ਤੋਂ ਬਾਅਦ ਵੀ ਫਿਰ ਇੱਕ ਸਬਜੈਕਟ ਟੈਸਟ ਹੋਣਾ, ਤਦ ਜਾ ਕੇ ਟੀਚਰਸ ਦੀ ਅਪਾਇੰਟਮੈਂਟ ਹੋਣੀ ਹੈ। ਇਸ ਲਈ ਟੀਚਰਸ ਲਈ ਜਿਹੜੇ ਅਪਾਇੰਟ ਹੋਣੇ ਨੇ ਉਹਨਾਂ ਲਈ ਇਹ ਬੜਾ ਇੰਪੋਰਟੈਂਸ ਰੱਖਦਾ। ਔਰ ਕੱਲ ਜਿਹੜੀ ਗੱਲ ਹੋਈ ਹੈ ਬਿਲਕੁਲ ਸਹੀ ਹੈ ਵੀ ਜਿਹੜੇ ਬੱਚੇ ਸੰਗਰੂਰ ਦੇ ਸੀ ਉਹਨਾਂ ਨੂੰ ਮੋਹਾਲੀ ਸਟੇਸ਼ਨ ਆ ਗਿਆ, ਮਤਲਬ 100 ਕਿਲੋਮੀਟਰ ਦੇ ਦੂਰ ਤੇ ਸੈਂਟਰ ਆਏ ਨੇ, ਤੇ ਜਿਹੜੇ ਆਮ ਵਿਦਿਆਰਥੀ ਨੇ ਉਹਨਾਂ ਦਾ ਫੀਸ ਵੀ ਪੇ ਕੀਤੀ ਉਹਨਾਂ ਨੇ ਟੈਟ ਦੀ, ਤੇ ਨਾਲ ਕਿਰਾਏ ਵੀ ਭਰੇ ਨੇ, ਤੇ ਬੜਾ। ਔਰ ਜਿਹੜਾ ਇੱਕ ਖਾਸ ਗੱਲ ਇਹ ਹੈ ਵੀ ਜਿਹੜੇ ਇਸ ਵਾਰ ਟੀਚਰ ਐਲੀਜੀਬਿਲਟੀ ਟੈਸਟ ਹੈਗਾ ਉਹ +2 ਅਤੇ 10ਵੀਂ ਦੇ ਚੱਲਦੇ ਇਮਤਿਹਾਨਾਂ ਦੇ ਵਿੱਚ ਆਇਆ, ਜਿਸ ਦੇ ਨਾਲ ਟੀਚਰਸ ਨੂੰ ਵੀ ਤੇ ਜਿਹੜੇ ਸਕੂਲਸ ਕੰਮ ਕਰਦੇ ਨੇ ਜਿੱਥੇ ਉਹ ਜਾਂ ਕੁਝ ਵੀ ਕਰਦੇ ਨੇ ਉਹਨਾਂ ਨੂੰ ਵੀ ਬੜੀ ਪਰੇਸ਼ਾਨੀ ਹੋਈ ਹੈ, ਕਿਉਂਕਿ ਚੱਲਦੇ ਇਮਤਿਹਾਨਾਂ ਦੇ ਦੌਰਾਨ ਇਹ ਐਗਜ਼ਾਮ ਹੈ, ਜਦੋਂ ਕਿ ਇਹ ਐਗਜ਼ਾਮ ਦੇ ਜਿਹੜੇ ਡੇਟਸ ਨੇ ਉਹ ਆਮ ਤੌਰ ਤੇ ਅੱਗੇ ਨਵੰਬਰ ਦਸੰਬਰ ਇਹੋ ਜਿਹੇ ਮਹੀਨੇ ਰਹਿੰਦੇ ਹੁੰਦੇ ਨੇ। ਸੋ ਬੜੀ ਵੱਡੀ ਅਣਗਹਿਲੀ ਹੈ ਔਰ ਬੱਚਿਆਂ ਦਾ ਬਿਲਕੁਲ ਮਨੋਬਲ ਟੁੱਟਿਆ ਇਸ ਦੇ ਨਾਲ ਕਿ ਹੁਣ ਦੁਬਾਰਾ ਐਗਜ਼ਾਮ ਦੇਣਾ ਪਊਗਾ, ਉਹਨਾਂ ਨੂੰ ਕੋਈ ਕਲੈਰਿਟੀ ਨਹੀਂ ਹੈ। ਤੇ ਹਰਪ੍ਰੀਤ ਜੀ ਮੈਂ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਇੱਥੇ ਵੀ ਇਹ ਜਿੰਨੇ ਵਾਰ ਵੀ ਅੱਜ ਤੱਕ ਟੀਚਰ ਐਲੀਜੀਬਿਲਟੀ ਟੈਸਟ ਹੋਇਆ ਇਹਦਾ ਲੈਵਲ ਆਫ ਡਿਫਿਕਲਟੀ ਦਾ ਬੜਾ ਫਰਕ ਰਿਹਾ। ਕਿਸੇ ਸਾਲ ਤਾਂ ਜਿਹੜਾ ਹੈਗਾ ਪਾਸ ਪਰਸੈਂਟੇਜ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਉਹ 3-4% ਰਹੀ ਹੈ, ਕਿਸੇ ਸਾਲ 36% ਪਾਸ ਹੋ ਗਏ ਨੇ, ਕਿਉਂਕਿ ਇਹਦੇ ਵਿੱਚੋਂ 150 ਦੇ ਵਿੱਚੋਂ 90 ਮਾਰਕਸ ਵਾਲਾ ਜਿਹੜਾ ਹੈਗਾ ਉਹ ਐਲੀਜੀਬਲ ਹੁੰਦਾ ਜੀ। ਹੁਣ ਜੇਕਰ ਇੱਕ ਸਾਲ ਪੇਪਰ ਇਹੋ ਜਿਹਾ ਸੌਖਾ ਆ ਗਿਆ ਜਿਹਦੇ ਵਿੱਚੋਂ ਸਾਰੇ ਪਾਸ ਹੋ ਗਏ, ਫਿਰ ਇਹ ਟੈਸਟ ਦਾ ਅਰਥ ਕੀ ਰਹਿ ਗਿਆ? ਦੂਜੇ ਸਾਲ ਦੇ ਵਿੱਚੋਂ 3-4% ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਫਿਰ ਜਿਹੜੇ ਬੱਚੇ ਨੇ ਉਹ ਤਾਂ ਇਹੀ ਸੋਚਦੇ ਨੇ ਕਿ ਯਾਰ ਜੇ ਸਾਡੀ ਵਾਰੀ ਵੀ ਇਹ 35% ਵਾਲਾ ਆ ਜਾਂਦਾ ਤਾਂ ਵਧੀਆ ਰਹਿੰਦਾ। ਇਮਤਿਹਾਨ ਦਾ ਜਿਹੜਾ ਲੈਵਲ ਹੈ ਉਹ ਬਰਾਬਰ ਰੱਖਣਾ। ਬਿਲਕੁਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣ ਦਾ ਵਕਤ ਆ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਪ੍ਰੋਫੈਸਰ ਸੁਮੇਰ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਹੁਣ ਮੁੱਦਾ ਦੂਜਾ ਜਿਹੜਾ ਅਹਿਮ ਮੁੱਦਾ ਹੈਗਾ ਪੰਜਾਬੀ ਯੂਨੀਵਰਸਿਟੀ ਵਾਲਾ ਉਹ ਵੀ ਆਪਾਂ ਟੱਚ ਕਰ ਲਈਏ ਜਰਾ। ਪ੍ਰੋਫੈਸਰ ਸੁਮੇਰ ਸੀੜਾ ਸਾਹਿਬ, ਪੰਜਾਬੀ ਯੂਨੀਵਰਸਿਟੀ ਦੇ ਅੱਜ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਹੋਏ, ਜਿੰਨੇ ਕੈਂਪਸ ਸੀ ਉੱਥੇ ਵੀ ਪ੍ਰਦਰਸ਼ਨ ਹੋਏ। ਸਰਕਾਰ ਵਾਰ-ਵਾਰ ਦਾਅਵਾ ਕਰ ਰਹੀ ਹੈ ਕਿ ਸਿੱਖਿਆ ਨੂੰ ਅਸੀਂ ਕਰਜ਼ ਮੁਕਤ ਕਰ ਦਾਂਗੇ, ਪਰ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਸਰਕਾਰ ਦੇ ਵੱਖ-ਵੱਖ ਬੰਦੇ ਇਹ ਵੀ ਕਹਿੰਦੇ ਨੇ ਕਿ ਕਿਉਂ ਨਹੀਂ ਯੂਨੀਵਰਸਿਟੀ ਆਪ ਆਪਣੇ ਦਮ ਤੇ ਆਪਣੇ ਖਰਚੇ ਚੁੱਕਦੀ? ਕਦੋਂ ਤੱਕ ਸਰਕਾਰਾਂ ਖਰਚੇ ਚੁੱਕਣਗੀਆਂ ਯੂਨੀਵਰਸਿਟੀ ਕਾਲਜਾਂ ਦੀਆਂ? ਇੰਨੇ ਬੱਚੇ ਨੇ, ਫੀਸਾਂ ਨੇ, ਇਹ ਕਿਉਂ ਨਹੀਂ ਆਪਣੇ ਚੁੱਕਦੇ? ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਓਵਰ ਕਰਾਊਡ ਹੈ ਮੁਲਾਜ਼ਮ ਤੁਹਾਡੇ ਕੋਲ, ਸਿਫਾਰਸ਼ਾਂ ਕਰਕੇ ਓਵਰ ਕਰਾਊਡ ਹੈਗਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੁਲਾਜ਼ਮ, ਇਸ ਕਰਕੇ ਇਹ ਜਿਹੜਾ ਖਰਚਾ ਯੂਨੀਵਰਸਿਟੀ ਆਪਣੇ ਆਪ ਨਹੀਂ ਚੁੱਕ ਪਾ ਰਹੀ। ਚਲੋ ਪ੍ਰੋਫੈਸਰ ਸਾਹਿਬ ਤੱਕ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਕਿਉਂਕਿ ਕਨੈਕਸ਼ਨ ਨਾਲ ਕੱਟ ਹੋ ਗਿਆ। ਇੱਕ ਵੱਡੀ ਜਾਣਕਾਰੀ ਇਹ ਵੀ ਦੇ ਦਈਏ ਦਰਸ਼ਕਾਂ ਨੂੰ ਕਿ ਜਦੋਂ ਪਿਛਲੀ ਸਰਕਾਰ ਸੀ, ਜਦੋਂ ਕਾਂਗਰਸ ਦੀ ਸਰਕਾਰ ਸੀ, ਜਾਂਦੇ ਜਾਂਦੇ ਚੰਨੀ ਸਾਹਿਬ ਸੀਐਮ ਬਣੇ ਤਾਂ ਚੰਨੀ ਸਾਹਿਬ ਨੇ ਵੀ ਇੱਕ ਦੌਰਾ ਕੀਤਾ ਪੰਜਾਬੀ ਯੂਨੀਵਰਸਿਟੀ ਦਾ। ਉਦੋਂ ਉਹਨਾਂ ਨੇ ਵੀ ਸੇਮ ਇਹੀ ਦਾਅਵਾ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਗ੍ਰਾਂਟ ਦੇਵਾਂਗੇ, ਕਰਜ਼ਾ ਮੁਕਤ ਕਰ ਦੇਵਾਂਗੇ, ਪਰ ਉਹ ਵੀ ਨੇਪਰੇ ਗੱਲ ਨਹੀਂ ਚੜ੍ਹ ਪਾਈ। ਸੇਮ ਇੱਦਾਂ ਹੀ ਹੁਣ ਨਵੀਂ ਬਣੀ ਸਰਕਾਰ ਦਾ ਵੀ ਹੋਇਆ, ਪਰ ਇੱਥੇ ਵੀ ਕੰਮ ਨੇਪਰੇ ਨਹੀਂ ਚੜ੍ਹ ਸਕਿਆ। ਪਿਆਰੇਲਾਲ ਗਰਗ ਸਾਹਿਬ ਤੋਂ ਇੱਕ ਫਟਾਫਟ ਰਿਐਕਸ਼ਨ ਲੈਣਾ। ਗਰਗ ਸਾਹਿਬ, ਪੰਜਾਬੀ ਯੂਨੀਵਰਸਿਟੀ ਦੇ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਤੋਂ ਅਸੀਂ ਸਾਰੇ ਵਾਕਿਫ ਹੈਗੇ ਹਾਂ। ਕੀ ਪੰਜਾਬੀ ਯੂਨੀਵਰਸਿਟੀ ਦੀ ਮੰਗ ਜਾਇਜ਼ ਹੈ ਕਿ ਇੱਕ ਵਾਰ ਉਹਨਾਂ ਨੂੰ ਕਰਜ਼ ਮੁਕਤ ਕਰ ਦਿਓ? ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਗ੍ਰਾਂਟ 200 ਕਰੋੜ ਮਿਲਦੀ ਸੀ ਉਹ 360 ਕਰੋੜ ਦਿੱਤੀ ਜਾਵੇ। ਇਹ ਮੰਗ ਵਾਜਬ ਹੈ ਉਹਨਾਂ ਦੀ? ਦੇਖੋ, ਮੰਗ ਇੱਕ ਯੈਸ ਨੋ ਚ ਇਹਦਾ ਜਵਾਬ ਹਰਪ੍ਰੀਤ ਜੀ ਮੇਰੇ ਖਿਆਲ ਨਾਲ ਬਹੁਤਾ ਜਾਇਜ਼ ਨਹੀਂ ਹੋਏਗਾ, ਨਾ ਯੂਨੀਵਰਸਿਟੀ ਦੇ ਵਾਸਤੇ ਇਨਸਾਫ ਹੋਏਗਾ ਨਾ ਸਰਕਾਰ ਦੇ ਵਾਸਤੇ ਜੀ। ਜੇ ਮੈਂ ਮੇਰੇ ਸਾਹਮਣੇ ਬਜਟ ਪਿਆ ਹੈ 2012-13 ਤੋਂ ਲੈ ਕੇ ਜੀ 2023-24 ਤੱਕ ਦਾ ਕੱਲੇ ਸਾਲ ਦਾ, ਹਾਂਜੀ, ਕਿ ਹਰ ਐਜੂਕੇਸ਼ਨ ਨੂੰ ਕਿੰਨਾ ਪੈਸਾ ਦਿੱਤਾ, ਯੂਨੀਵਰਸਿਟੀਆਂ ਨੂੰ ਕਿੰਨਾ ਦਿੱਤਾ, ਉਹਦੇ ਚੋਂ ਪੰਜਾਬੀ ਯੂਨੀਵਰਸਿਟੀ ਨੂੰ ਕਿੰਨਾ ਤੇ ਗੁਰੂ ਨਾਨਕ ਦੇਵ ਨੂੰ ਕਿੰਨਾ। 2012-13 ਤੋਂ ਲੈ ਕੇ 2017-18 ਤੱਕ ਪੰਜਾਬੀ ਯੂਨੀਵਰਸਿਟੀ ਨੂੰ 49 ਕਰੋੜ ਤੋਂ ਲੈ ਕੇ 88 ਕਰੋੜ ਤੱਕ ਰੁਪਈਆ ਮਿਲਿਆ। ਕਦੇ 70, ਕਦੇ 75, ਕਦੇ 62, ਕਦੇ ਆਪਣਾ 88, ਤੇ ਉਸ ਤੋਂ ਬਾਅਦ 3 ਸਾਲ ਲਗਾਤਾਰ ਇਹਨੂੰ ਕਰੀਬ 150 ਕਰੋੜ ਰੁਪਈਆ ਮਿਲਿਆ। ਠੀਕ ਹੈ। 147, 152, 159।
ਉਦੋਂ ਬਾਅਦ ਇਹਨਾਂ ਨੂੰ 214 ਕਰੋੜ ਪਹਿਲੀ ਵਾਰੀ ਮਿਲਿਆ 21-22 ਚ। 22-23 ਦੇ ਵਿੱਚ ਇਹਨਾਂ ਨੂੰ 200 ਕਰੋੜ ਦਿੱਤਾ ਤੇ 23-24 ਚ ਆ ਕੇ ਹੁਣ 164 ਕਰੋੜ ਕਰਤਾ। ਇਹ 200 ਤਾਂ ਹੋਣਾ ਹੀ ਚਾਹੀਦਾ ਸੀ, ਪਰ ਇਹਦੇ ਮੁਕਾਬਲੇ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜੀ, ਉਹਨੂੰ ਪਹਿਲਾਂ ਇਹ ਤੋਂ ਥੋੜਾ ਜਿਹਾ, ਜਿਵੇਂ ਉਹਨੂੰ 62 ਮਿਲਿਆ, ਇਹਨੂੰ ਤਾਂ ਉਹਨੂੰ 58 ਮਿਲਿਆ, ਉਹਨੂੰ ਥੋੜਾ ਬਹੁਤਾ ਘੱਟ ਮਿਲਦਾ ਸੀ। ਪਿਛਲੇ 10 ਸਾਲਾਂ ਚ ਉਹਦਾ ਬਜਟ ਹੈ ਜਿਹੜਾ ਉਹ 49-50 ਦੇ ਨੇੜੇ ਰਿਹਾ। ਸਿਰਫ 19-20 ਦੇ ਵਿੱਚ ਉਹਨੂੰ 105 ਕਰੋੜ ਮਿਲਿਆ, ਐਤਕੀ ਵੀ ਉਹਨੂੰ 84 ਕਰੋੜ ਹੀ ਮਿਲਿਆ। ਸੋ ਇੱਕ ਤਾਂ ਇਹ ਦੇਖਣ ਦੀ ਲੋੜ ਹੈ ਵੀ ਪੰਜਾਬੀ ਯੂਨੀਵਰਸਿਟੀ 'ਚ ਇੰਨਾ ਪੈਸਾ ਕਿਉਂ ਖਰਚ ਹੁੰਦਾ ਹੈ। ਕਾਲਜ ਇਹਨਾਂ ਨੂੰ 300 ਐਫੀਲੀਏਟਡ ਆ, ਬਲਕਿ ਇਹਨਾਂ ਕੋਲ ਤਾਂ ਆਮਦਨ ਜ਼ਿਆਦਾ ਹੋਣੀ ਚਾਹੀਦੀ ਹੈ। ਉਹਨਾਂ ਕੋਲ 165 ਕਾਲਜ ਨੇ ਐਫੀਲੀਏਟਡ। ਸੋ ਜੇ ਤੁਸੀਂ ਪਹਿਲਾਂ ਕਿਹਾ ਵੀ ਇਹਨੇ ਇੱਥੇ ਕੀ ਹੈ, ਇੱਥੇ ਸਾਰਾ ਪੈਸਾ ਜਿਹੜਾ ਇਹ ਕੱਪੜੇਬਾਜ਼ੀ ਜ਼ਿਆਦਾ ਚੱਲ ਰਹੀ ਹੈ, ਉਹਦੇ ਉੱਤੇ ਕੋਈ ਗੱਲ ਨਹੀਂ ਕਰਦਾ ਵੀ ਤੁਸੀਂ ਫालतू ਬੰਦੇ ਲਾਤੇ, ਤੁਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰੀ, ਉਦਾਂ ਹੀ ਲਾ ਲਏ ਤੁਸੀਂ। ਜਿਹੜਾ ਹੈ ਹੁਣੀ ਆ ਹੈ ਇਸ ਵਾਈਸ ਚਾਂਸਲਰ ਨੇ ਨਵਾਂ ਕਰਤਾ ਵੀ ਮੈਂ ਤਾਂ ਜੀ 12ਵੀਂ ਦੇ ਬੱਚੇ ਦਾਖਲ ਕਰਕੇ PhD ਤੱਕ ਕਰਾ ਦੇਣੀ ਹੈ। ਬਈ ਯੂਨੀਵਰਸਿਟੀਆਂ ਇਸ ਕੰਮ ਵਾਸਤੇ ਨਹੀਂ ਹੈਗੀਆਂ, ਉਹਨੇ ਆਪਣੇ ਆਪ ਸ਼ੁਰੂ ਕਰ ਲਿਆ, ਉਹਦੇ ਨਾਲ ਬੱਚੇ ਘੱਟ ਆਏ ਨੇ, ਉਹ ਫੀਸਾਂ ਵੀ ਘੱਟ ਜਾਣਗੀਆਂ। ਹੁਣ ਵਾਈਸ ਚਾਂਸਲਰ ਆਪਦੇ ਲੈਵਲ ਤੇ ਵੀ ਹੁਣ ਇਹਨੂੰ ਭਰਤੀ ਕਰ ਦੋ, ਹੁਣ ਆਹ ਕਾਲਜ ਖੋਲ ਦੋ, ਹੁਣ ਐਂ ਕਰ ਦੋ, ਉੱਥੇ ਬੱਚੇ ਹੈ ਨਹੀਂ। ਇਹਨੇ ਪਿੱਛੇ ਜਿਹੜੇ ਕਾਂਸਟੀਟਿਊਟ ਕਾਲਜ ਸੀ ਉਹਨਾਂ ਦੇ ਟੀਚਰਾਂ ਦੀਆਂ ਸ਼ਰਤਾਂ ਆਪੀ ਬਦਲਤੀਆਂ, ਜਿਹਦਾ ਨਤੀਜਾ ਨਿਕਲੂ ਹੁਣ ਇਹਦੇ ਤੇ ਬਰਡਨ ਪੈ ਗਿਆ। ਬਦਲੀਆਂ ਤਾਂ ਇਹਨੇ ਆਪਦੀ ਯਾਰੋਂ ਕਿ ਪ੍ਰਿੰਸੀਪਲ ਬਦਲਣੇ ਚਾਹੁੰਦਾ ਸੀ, ਆਪਦੀ ਮਰਜ਼ੀ ਦੇ ਲਾਉਣਾ ਚਾਹੁੰਦਾ ਸੀ। ਉਹਦੇ ਚ ਫਿਰ ਇਹਨੇ ਕਿਹਾ ਇਹ ਯੂਨੀਵਰਸਿਟੀ ਦਾ ਰੂਲ ਹੈ ਜੀ। ਜਦ ਯੂਨੀਵਰਸਿਟੀ ਦਾ ਰੂਲ ਲੱਗ ਗਿਆ ਫਿਰ ਉਹਨਾਂ ਨੂੰ ਤਨਖਾਹ ਵੀ ਉਹ ਦੇਣੀ ਪਊਗੀ। ਸੋ ਇਹ ਸਾਰੇ ਦਾ ਸਾਰਾ ਇੱਥੇ ਕੰਪਿਊਟਰ ਇਹਨਾਂ ਕੋਲ ਹੈਗੇ ਨੇ ਬੰਦੇ ਜੀ। ਮੈਨੂੰ ਤਾਂ ਕਿਸੇ ਨੇ 100 ਦੱਸਿਆ, ਚਲੋ ਘੱਟ ਹੋਣਗੇ। ਕੰਮ ਸਾਰਾ ਠੇਕੇ ਤੇ ਕਰਾਇਆ ਜਾ ਰਿਹਾ ਹੈ। ਜੇ ਤੁਸੀਂ ਆਪਦੇ ਕੰਪਿਊਟਰ ਦਾ ਕੰਮ ਕਰਨ ਵਾਸਤੇ ਬੰਦੇ ਰੱਖੇ ਹੋਏ ਨੇ, ਉਹਨਾਂ ਨੂੰ ਪੂਰੀ ਤਨਖਾਹ ਦੇ ਰਹੇ ਹੋ, ਫਿਰ ਠੇਕੇ ਤੇ ਕਿਉਂ ਕਰਾਉਣੇ ਹੋ? ਸੋ ਇਸ ਕਰਕੇ ਇਹਨਾਂ ਦਾ, ਮੈਂ ਯੂਨੀਵਰਸਿਟੀ ਚਲਾਈ ਹੈ ਜਿਹਨੂੰ ਇੱਕ ਵੀ ਪੈਸਾ ਸਰਕਾਰ ਨਹੀਂ ਦਿੰਦੀ ਸੀ, ਨਵਾਂ ਪੈਸਾ ਵੀ ਨਹੀਂ ਦਿੰਦੀ ਸੀ, ਬਲਕਿ ਅਸੀਂ 500 ਬੈੱਡ ਦਾ ਹਸਪਤਾਲ ਵੀ ਨਾਲ ਚਲਾ ਰਹੇ ਸੀ, ਕਾਲਜ ਵੀ ਸਾਨੂੰ ਦਿੱਤਾ ਸੀ, ਉਹਦੇ ਵਾਸਤੇ ਵੀ ਕੋਈ ਪੈਸਾ ਨਹੀਂ ਦਿੰਦੇ। ਇਹ ਗੱਲ ਵੱਖਰੀ ਹੈ, ਇਹਨਾਂ ਦੇ ਮੰਤਰੀ ਜਾ ਕੇ ਵਾਈਸ ਚਾਂਸਲਰ ਕਰਤਾ। ਸੋ ਮੈਨੂੰ ਇਹ ਲੱਗਦਾ ਹੈ ਵੀ ਪਹਿਲਾਂ ਜਿਹੜੀ ਇਹ ਯੂਨੀਵਰਸਿਟੀ ਪਹਿਲੀ ਵਾਰੀ ਇੱਕ ਹੁਣ ਤਾਂ ਇਹਨੂੰ 200 ਤਾਂ ਦੇਣਾ ਹੀ ਚਾਹੀਦਾ, ਪਰ ਵਾਈਸ ਚਾਂਸਲਰ ਨੇ ਵੀ ਗਲਤ ਕਰਿਆ। ਤੁਹਾਡਾ ਜਿੰਨਾ ਮਰਜ਼ੀ ਮਤਭੇਦ ਹੋਵੇ, ਇਹ ਨਹੀਂ ਹੁੰਦਾ ਵੀ ਤੁਸੀਂ ਪਬਲਿਕ 'ਚ ਜਾ ਕੇ ਗੱਲ ਕਰਨੀ ਹੈ। ਪੈਸੇ ਤੁਸੀਂ ਖਰਾਬ ਕਰੇ ਨੇ। ਪਹਿਲਾਂ ਇਹਨਾਂ ਨੂੰ ਪੈਸਿਆਂ ਦਾ ਹਿਸਾਬ 1157 ਜਿਹੜੇ 58 ਲੈਕਚਰਰ ਭਰਤੀ ਕਰੇ ਸੀ ਪਿਛਲੀ ਕਾਂਗਰਸ ਸਰਕਾਰ ਨੇ, ਇਹਨਾਂ ਨੂੰ ਖੁੱਲ੍ਹ ਦਿੱਤੀ ਸੀ ਯੂਨੀਵਰਸਿਟੀ ਨੂੰ ਵੀ ਆਪਦੀ। ਇਹਨਾਂ ਨੇ ਪੇਪਰ ਵੀ ਕਰਿਆ, ਉਹ ਪੇਪਰ ਜਾ ਕੇ ਹਾਈ ਕੋਰਟ 'ਚ ਕੈਂਸਲ ਹੋਇਆ। ਇਹਨਾਂ ਨੇ ਉਸ ਵਕਤ ਦੇ ਮੰਤਰੀ ਤੋਂ ਬਿਆਨ ਦਵਾਤਾ ਵੀ ਲੀਕ ਹੋਇਆ ਹੀ ਨਹੀਂ। ਬਾਅਦ 'ਚ ਇਹ ਵਾਈਸ ਚਾਂਸਲਰ ਕਹਿੰਦਾ ਮੈਂ ਕੀ ਕਰਾਂ ਜੇ ਪ੍ਰੋਫੈਸਰਾਂ ਨੇ ਪੇਪਰ ਲੀਕ ਕਰਤਾ। ਇਹੀ ਜੀ ਹੈ ਯੂਨੀਵਰਸਿਟੀ। ਚਲੋ ਠੀਕ ਹੈ, ਮੈਂ ਪ੍ਰੋਫੈਸਰ ਸਮੀਰ ਤੋਂ ਇੱਕ ਰਿਪਲਾਈ ਲੈਣਾ। ਇੱਕ ਮਿੰਟ, ਮੈਂ ਇੱਕ ਲਾਈਨ ਦੱਸਦਾ ਪਲੀਜ਼। ਠੀਕ ਹੈ ਗਰਗ ਸਾਹਿਬ, ਮੈਂ 1 ਮਿੰਟ ਆਣਾ, ਮੈਂ ਪ੍ਰੋਫੈਸਰ ਸਮੀਰ ਸਾਹਿਬ ਤੋਂ 1 ਮਿੰਟ ਲੈ ਲਾਂ ਰਿਐਕਸ਼ਨ, ਫਿਰ ਆਣਾ। ਹਾਂਜੀ ਪ੍ਰੋਫੈਸਰ ਸਮੀਰ ਸਾਹਿਬ, ਜਿਹੜਾ ਵੀ ਬੰਦਾ ਯੂਨੀਵਰਸਿਟੀ ਦੇ ਵਿੱਚ ਹੈ ਜਾਂ ਨਹੀਂ ਹੈ, ਜੋ ਵੀ ਉਸ ਯੂਨੀਵਰਸਿਟੀ ਨਾਲ ਜੁੜਿਆ ਹੋਇਆ, ਭਾਵੇਂ ਉਹ ਮੁਲਾਜ਼ਮ ਹੋਵੇ, ਵਿਦਿਆਰਥੀ ਹੋਵੇ, ਮੈਂ ਵੀ ਉਸ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ, ਸਾਡੀਆਂ ਤਾਰਾਂ ਜੁੜੀਆਂ ਹੁੰਦੀਆਂ ਨੇ। ਜਦੋਂ ਵੀ ਕੋਈ ਯੂਨੀਵਰਸਿਟੀ ਜਾਂ ਕਾਲਜ ਇਸ ਕਗਾਰ ਤੇ ਪਹੁੰਚ ਜਾਂਦਾ ਕਿ ਤੁਹਾਨੂੰ ਸੜਕਾਂ ਤੇ ਆਉਣਾ ਪਵੇ, ਤਾਂ ਮਨ ਜ਼ਰੂਰ ਦੁਖਦਾ ਹੈ। ਸੋਚਦੇ ਆ ਸਾਰੇ ਕਿ ਯਾਰ ਕਿਵੇਂ ਇਹ ਯੂਨੀਵਰਸਿਟੀ ਆਪਣੇ ਪੈਰਾਂ ਤੇ ਖੜੀ ਹੋਏਗੀ। ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਅਸੀਂ ਵੀ ਇਹ ਖਬਰ ਚਲਾਈ ਸੀ ਕਿ NRI ਭਰਾ ਜਿਹੜੇ ਇਸ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ, ਉਹ ਇਸ ਯੂਨੀਵਰਸਿਟੀ ਦਾ ਸਮਰਥਨ ਕਰਨ, ਸਾਥ ਦੇਣ। ਪਰ ਇਹ ਗੱਲ ਵੀ ਬਿਲਕੁਲ ਵਾਕਈ ਇਹ ਹੈਗੀ ਹੈ ਕਿ ਜਦ ਤੱਕ ਕੋਈ ਵੀ ਸੰਸਥਾ ਆਪਣੇ ਪੈਰਾਂ ਤੇ ਖੁਦ ਨਹੀਂ ਖੜੀ ਹੋਏਗੀ, ਆਪ ਨਹੀਂ ਕੁਝ ਕਰੇਗੀ, ਤਾਂ ਕਿੰਨੀ ਕੁ ਦੇਰ ਸਹਾਰਿਆਂ ਨਾਲ ਚਲਾ ਲਓਗੇ ਤੁਸੀਂ? ਸਰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਜੀ। ਮੈਂ ਡਿਸਕਸ਼ਨ ਸੁਣ ਰਿਹਾ ਸੀ ਸਾਰਿਆਂ ਦੀ ਜੀ, ਤੇ ਪ੍ਰੋਫੈਸਰ ਸਾਹਿਬ ਦੀ ਹੁਣੇ ਗੱਲ ਸੁਣੀ ਹੈ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਪੰਜਾਬੀ ਯੂਨੀਵਰਸਿਟੀ ਬਾਰੇ ਜੀ। ਮੈਂ ਇਹ ਦੱਸਣਾ ਚਾਹੁੰਦਾ ਸਰ ਕਿ ਦੇਖੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 2,15,000 ਦੇ ਕਰੀਬ ਜਿਹੜੇ ਸਟੂਡੈਂਟ ਅੱਜ ਵੀ ਪੜ੍ਹ ਰਹੇ ਹੈਗੇ ਆ ਕਨਸਟੀਚੂਐਂਟਸ ਕਾਲਜ 'ਚ ਤੇ ਯੂਨੀਵਰਸਿਟੀ 'ਚ ਮਿਲਾ ਕੇ। ਉਹ ਸਾਰੇ ਦੇ ਸਾਰੇ ਜਿਹੜੇ ਸਟੂਡੈਂਟ ਆ, ਉਹਦਾ 80% ਸਟੂਡੈਂਟ ਹੈ ਜਿਹੜਾ ਮਾਲਵੇ ਜ਼ੋਨ ਤੋਂ ਆਉਂਦਾ, ਉਹ ਰੂਰਲ ਜ਼ੋਨ ਤੋਂ ਆਉਂਦਾ। ਸਾਡੇ ਕੋਲ ਬਠਿੰਡਾ, ਫਿਰੋਜ਼ਪੁਰ ਤੇ ਤੁਹਾਡਾ ਮਾਨਸਾ, ਸੰਗਰੂਰ, ਇਹ ਇਲਾਕਾ ਬਹੁਤ ਜ਼ਿਆਦਾ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਿਹਾ। ਸਾਡੀਆਂ ਫੀਸਾਂ ਵੀ ਪੰਜਾਬੀ ਯੂਨੀਵਰਸਿਟੀ ਦੀਆਂ ਜਿਹੜੀਆਂ ਹੈ ਉਹ ਬਹੁਤ ਘੱਟ ਨੇ ਜੀ। ਇਹਨਾਂ ਫੀਸਾਂ ਦੇ ਉੱਤੇ ਤਾਂ ਆਪਾਂ ਇੱਕ ਸੇਵਾ ਹੀ ਕਰ ਸਕਦੇ ਹੈਗੇ ਆ, ਯੂਨੀਵਰਸਿਟੀਆਂ ਨਹੀਂ ਚਲਾ ਸਕਦੇ। ਅਸੀਂ ਫੀਸ ਨਹੀਂ ਵਧਾ ਸਕਦੇ। ਮੈਂ ਇਸ ਯੂਨੀਵਰਸਿਟੀ ਨੂੰ ਆਪਣੇ ਜ਼ਿੰਦਗੀ ਦੇ 22 ਸਾਲ ਦਿੱਤੇ ਨੇ ਜੀ। ਪਰ ਜੇ ਹੁਣੇ ਪ੍ਰੋਫੈਸਰ ਸਾਹਿਬ ਨੇ ਪਹਿਲਾਂ ਗੱਲ ਕਹੀ ਹੈ ਕਿ ਉੱਥੇ ਮਿਸਮੈਨੇਜਮੈਂਟ ਹੈ, ਦੇਖੋ ਮਿਸਮੈਨੇਜਮੈਂਟ ਨੂੰ ਮੈਂ ਵੀ ਐਕਸੈਪਟ ਕਰਦਾ। ਉਹ ਮਿਸਮੈਨੇਜਮੈਂਟ ਵੀ ਹੋਈ, ਕੁਝ ਐਸੀ ਗੱਲ ਵੀ ਹੋ ਗਈ ਵੀ ਕਈ ਵਾਰੀ ਕਈ ਇਨਕੁਆਇਰੀਜ਼ ਵਿੱਚ ਹੀ ਰਹਿ ਗਈਆਂ।
ਉਹ ਇਨਕੁਆਇਰੀਆਂ ਚੱਲੀਆਂ ਪਰ ਅੱਜ ਤੱਕ ਉਹਦੇ ਤੇ ਐਕਸ਼ਨ ਨਹੀਂ ਹੋ ਸਕਿਆ। ਇਸੇ ਤਰ੍ਹਾਂ ਦੀ ਇੱਕ ਇਨਕੁਆਇਰੀ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਅਨਅਰਥ ਕੀਤਾ ਸੀਗਾ ਮੈਟਰ, ਮੈਂ ਉਹ ਡਿਸਕਵਰ ਕੀਤਾ ਸੀ ਮੈਟਰ ਕਿ ਇਹਨਾਂ ਨੇ ਇੱਕ ਉਹ ਖਰੀਦੇ ਸੀ ਜੀ ਫਾਇਰ ਐਕਸਟਿੰਗਸ਼ਰਸ ਜੀ। ਤਾਂ ਫਾਇਰ ਐਕਸਟਿੰਗਸ਼ਰਸ ਜਿਹੜੇ ਅੱਗ ਬੁਝਾਊ ਯੰਤਰ, ਹਾਂਜੀ, ਉਹ 4-5 ਕਰੋੜ ਦੇ ਤਾਂ ਉਹੀ ਲੈ ਲਏ ਸੀ। ਜਦੋਂ ਉਹਨਾਂ ਦੇ ਐਡਰੈਸ ਜਿੱਥੋਂ ਲਏ ਸੀ ਮੈਂ ਉੱਥੇ ਵਿਜ਼ਿਟ ਕੀਤਾ, ਉੱਥੇ ਸਟੋਵ ਠੀਕ ਕਰਨ ਦੀ ਦੁਕਾਨ ਸੀ, ਇੱਕ ਸਾਈਕਲ ਪੈਂਚਰ ਦੀ ਦੁਕਾਨ ਸੀ, ਉੱਥੇ ਉਹ ਏਜੰਸੀਆਂ ਹੀ ਐਗਜ਼ਿਸਟ ਨਹੀਂ ਸੀ ਕਰਦੀਆਂ। ਉਹ ਤੇ ਵਿਜੀਲੈਂਸ ਦੀ ਇਨਕੁਆਇਰੀ ਹੋਈ ਪਰ ਅੱਜ ਤੱਕ ਉਹਦੇ ਤੇ ਕੋਈ ਵੀ ਫੈਸਲਾ ਨਹੀਂ ਹੋਇਆ। ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਵੀ ਮੈਟਰ ਕਰਦੀਆਂ ਨੇ, ਮੈਂ ਮੰਨਦਾ। ਪਰ ਪੰਜਾਬੀ ਯੂਨੀਵਰਸਿਟੀ ਦਾ ਬਜਟ ਕੱਟ ਦੇਣਾ, ਦੇਖੋ ਉਸ ਦਿਨ ਭਗਵੰਤ ਮਾਨ ਸਾਹਿਬ ਉੱਥੇ ਆਏ ਸੀਗੇ, ਸਾਡੇ ਸੀਐਮ ਸਾਹਿਬ, ਜਿਸ ਦਿਨ ਤੁਸੀਂ ਪਹਿਲਾਂ ਗੱਲ ਸੁਣਾਈ ਸੀ ਨਾ ਵੀ ਉੱਥੇ ਆ ਕੇ ਜਿਹੜੀ ਉਹ ਕਲਿੱਪ ਤੁਸੀਂ ਸਟਾਰਟਿੰਗ ਦੇ ਵਿੱਚ ਕਹੀ ਕਿ ਜੋ ਉੱਥੇ ਉਹ ਬੋਲੇ ਉਹ ਕਲਿੱਪ ਦੇ ਵਿੱਚ ਆਇਆ, ਉਹ ਜਿਹੜੀ ਕਲਿੱਪ ਸੀਗੀ ਉਸ ਦਿਨ ਕੱਲੇ ਸਟੂਡੈਂਟ ਹੀ ਉੱਥੇ ਨਹੀਂ ਸੀ ਬੈਠੇ, ਪੰਜਾਬੀ ਯੂਨੀਵਰਸਿਟੀ ਦਾ ਸਾਰਾ ਸਟਾਫ, ਸਾਰੇ ਟੀਚਰਸ ਨੂੰ ਉੱਥੇ ਬੁਲਾਇਆ ਗਿਆ ਸੀ। ਤੇ ਤੁਹਾਨੂੰ ਇਹ ਦੱਸਣਾ ਮੈਂ ਮਤਲਬ ਜਿਹੜੀ ਹੈ ਗੱਲ ਇਹ ਬੜੀ ਮੈਨੂੰ ਅਜੀਬ ਲੱਗਦੀ ਆ ਵੀ 3 ਵਾਰੀ ਤਾਂ ਟੀਚਰਸ ਨੂੰ ਇਹ ਕਿਹਾ ਗਿਆ ਵੀ ਤੁਸੀਂ ਖੜੇ ਹੋ ਕੇ ਤਾੜੀਆਂ ਮਾਰੋ। ਜਦੋਂ ਕੋਈ ਬੋਲ ਕੇ ਹਟਿਆ ਹੁਣ ਤੁਸੀਂ ਫੇਰ ਖੜੇ ਹੋਵੋ, ਫੇਰ ਤਾੜੀਆਂ ਮਾਰੋ। ਇੱਕ ਟੀਚਰ ਨੂੰ ਇਹ ਜਿਹੜਾ ਮੈਂ ਸੋਚਦਾ ਉਹ ਦੇਣਾ ਜਿਹੜਾ ਡਿਸਰਿਗਾਰਡ, ਉਹ ਵੀ ਮੈਨੂੰ ਕੋਈ ਪਸੰਦ ਨਹੀਂ ਆਇਆ। ਪਰ ਉਦੋਂ ਦੀਆਂ ਅਨਾਉਂਸਮੈਂਟਾਂ ਕਰੀਆਂ ਤਾਂ ਅੱਜ ਦੇ ਟਾਈਮ ਦੇ ਉੱਤੇ ਰਿਵਰਸ ਕਰਤੀਆਂ ਤਾਂ ਉਸ ਟੀਚਰ ਦਾ ਮਨੋਬਲ ਕੀ ਹੋਊਗਾ। ਠੀਕ ਹੈ ਪ੍ਰੋਫੈਸਰ ਸੁਮੇਰ ਸਾਹਿਬ, ਇੱਕ ਗੱਲ ਜਿਹੜੀ ਪ੍ਰੋਫੈਸਰ ਪਿਆਰੇ ਲਾਲ ਗਰਗ ਸਾਹਿਬ ਹੋਰਾਂ ਨੇ ਕਹੀ ਹੈ ਕਿ ਤੁਹਾਡੇ ਮਤਭੇਦ ਜਿੰਨੇ ਮਰਜ਼ੀ ਹੋਣ, ਜੋ ਵਾਈਸ ਚਾਂਸਲਰ ਸਾਹਿਬ ਨੇ ਫੇਸਬੁੱਕ ਤੇ ਅਪਲੋਡ ਕੀਤਾ, ਉਸ ਤੋਂ ਬਾਅਦ ਜਿਹੜਾ ਇਹ ਵੀ ਆਈ ਹੈ ਗੱਲ ਕਿ ਇਹ ਜੋ ਵੀ ਅੱਜ ਧਰਨੇ ਪ੍ਰਦਰਸ਼ਨ ਹੋਏ ਨੇ ਵਾਈਸ ਚਾਂਸਲਰ ਦੀ ਕਾਲ ਤੇ ਹੋਏ ਨੇ, ਇਦਾਂ ਦਾ ਮਤਭੇਦ ਨਹੀਂ ਹੋਣਾ ਚਾਹੀਦਾ। ਇਹ ਐਗਰੀ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਪਾਣੀ ਸਿਰ ਤੋਂ ਲੰਘ ਗਿਆ, ਹੁਣ ਉਹਨਾਂ ਨੂੰ ਕਰਨਾ ਹੀ ਪੈਣਾ ਸੀ ਇਹ ਕੰਮ? ਸਰ ਮੈਨੂੰ ਕੁਐਸਚਨ ਰਿਪੀਟ ਕਰੋਗੇ ਇੱਕ ਵਾਰ ਪਲੀਜ਼? ਜੋ ਅੱਜ ਵਿਰੋਧ ਪ੍ਰਦਰਸ਼ਨ ਹੋਇਆ ਯੂਨੀਵਰਸਿਟੀ ਕੈਂਪਸ ਦੇ ਵਿੱਚ ਜਾਂ ਵੱਖ-ਵੱਖ ਕੈਂਪਸ ਦੇ ਵਿੱਚ, ਉਸ ਤੋਂ ਪਹਿਲਾਂ ਵਾਈਸ ਚਾਂਸਲਰ ਵੱਲੋਂ ਫੇਸਬੁੱਕ ਤੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਗਈ। ਪ੍ਰੋਫੈਸਰ ਪਿਆਰੇ ਲਾਲ ਗਰਗ ਸਾਹਿਬ ਕਹਿ ਰਹੇ ਨੇ ਕਿ ਇਦਾਂ ਇਤਫਾਕ ਨਹੀਂ ਹੋਣਾ ਚਾਹੀਦਾ ਤੁਹਾਡਾ, ਕਿ ਤੁਹਾਡੇ ਮਤਭੇਦ ਹੋ ਸਕਦੇ ਨੇ ਪਰ ਇਦਾਂ ਪਬਲਿਕ ਡੋਮੇਨ ਦੇ ਵਿੱਚ ਆ ਕੇ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਨਹੀਂ, ਮੈਂ ਇਸ ਨੂੰ ਐਕਸੈਪਟ ਨਹੀਂ ਕਰਦਾ ਜੀ। ਗੱਲ ਨੂੰ ਹੋਣੀਆਂ ਚਾਹੀਦੀਆਂ ਨੇ ਪਬਲਿਕ ਡੋਮੇਨ 'ਚ, ਬਿਲਕੁਲ ਹੋਣੀਆਂ ਚਾਹੀਦੀਆਂ ਜੀ। ਯੂਨੀਵਰਸਿਟੀ ਇੱਕ ਐਸਾ ਇੰਸਟੀਚਿਊਟ ਹੈ ਸਾਡੀ ਸਟੇਟ ਦਾ ਜਿਹਨੇ ਸਾਡਾ ਫਿਊਚਰ ਡਿਪੈਂਡ ਕਰਦਾ ਹੈਗਾ, ਸਾਡਾ ਕੰਟਰੀ ਡਿਪੈਂਡ ਕਰਦਾ। ਇੱਕ ਟੀਚਰ ਨੂੰ ਇੱਕ ਇਹ ਜਿਹੜੀਆਂ ਸੀਗੀਆਂ ਇੰਸਟੀਚਿਊਟਸ ਬਣਾਏ ਗਏ ਸੀ ਯੂਨੀਵਰਸਿਟੀਆਂ, ਇਹ ਦੇਖੋ ਜੀ ਇੱਕ ਐਸੇ ਇੰਸਟੀਚਿਊਟ ਸੀ ਜਿਹੜੇ ਇੰਡੀਪੈਂਡੈਂਟ ਸੀ। ਯੂਨੀਵਰਸਿਟੀ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਤੁਸੀਂ ਸਰਕਾਰ ਨੂੰ ਪੋਜ਼ਿਟਿਵ ਕ੍ਰਿਟਿਸਾਈਜ਼ ਕਰੋ, ਤੁਸੀਂ ਸਰਕਾਰ ਦੀਆਂ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਦੇ ਅਗੇਂਸਟ ਬੋਲੋ। ਇਸੇ ਕਰਕੇ ਯੂਨੀਵਰਸਿਟੀਜ਼ ਨੂੰ ਇੱਕ ਇੰਡੀਪੈਂਡੈਂਟ ਸਟੇਟਸ ਦਿੱਤਾ ਜਾਂਦਾ ਹੈ ਜੀ। ਸਾਡੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ, ਜਿਵੇਂ ਮੈਂ ਇੱਕ ਪ੍ਰੋਫੈਸਰ ਸੀ ਜੀ, ਮੈਂ 2020 ਚ ਰਿਜ਼ਾਈਨ ਕਰਤਾ ਸੀ ਯੂਨੀਵਰਸਿਟੀ ਤੋਂ ਤੇ ਮੈਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਜ਼ਿਆਦਾ ਕੰਮ ਕੀਤਾ ਹੈ ਜੀ। ਮੈਂ ਪਟਿਆਲਾ ਸ਼ਹਿਰੀ ਕਨਸਟੀਚੁਐਂਸੀ ਤੋਂ ਟਿਕਟ ਦਾ ਦਾਅਵੇਦਾਰ ਸੀ, ਮੈਂ 1.5 ਸਾਲ ਉਹਨਾਂ ਨਾਲ ਕੰਮ ਕੀਤਾ। ਪਰ ਮੈਂ ਜੇ ਨੌਕਰੀ ਦੇ ਹੁੰਦੇ ਰਹਿੰਦੇ ਹੋਏ ਵੀ ਕੰਮ ਕਰਦਾ ਜਾਂ ਪੋਲੀਟੀਕਲ ਐਫੀਲੀਏਸ਼ਨ ਰੱਖਦਾ ਤਾਂ ਮੇਰਾ ਇਹ ਅਧਿਕਾਰ ਹੈ, ਸਾਨੂੰ ਕੈਲੰਡਰ ਅਧਿਕਾਰ ਦਿੰਦਾ ਕਿ ਅਸੀਂ ਪੋਲੀਟੀਕਲੀ ਐਕਟਿਵ ਹੋ ਸਕਦੇ ਹਾਂ। ਇਹ ਯੂਨੀਵਰਸਿਟੀਆਂ ਇੰਡੀਪੈਂਡੈਂਟ ਬਣਾਈਆਂ ਹੀ ਇਸ ਕਰਕੇ ਸੀ ਵੀ ਅਸੀਂ ਸਰਕਾਰ ਦੀਆਂ ਇੱਕ ਛੋਟਾ ਜਿਹਾ ਸਵਾਲ ਫਿਰ ਬਾਕੀ ਮਹਿਮਾਨਾਂ ਤੋਂ ਵੀ ਲੈਣਾ। ਪ੍ਰੋਫੈਸਰ ਸਾਹਿਬ, ਇਹ ਵਾਰ-ਵਾਰ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਬਜਟ ਘੱਟ ਹੈ, ਉਹਨੂੰ ਗ੍ਰਾਂਟ ਘੱਟ ਦਿੱਤੀ ਜਾਂਦੀ ਹੈ, ਤੁਹਾਨੂੰ ਗ੍ਰਾਂਟ ਵੀ ਵੱਧ ਦਿੱਤੀ ਜਾਂਦੀ ਹੈ, ਤੁਹਾਡੇ ਕਮਾਈ ਦੇ ਸੋਰਸਸ ਵੀ ਜ਼ਿਆਦਾ ਨੇ, ਫਿਰ ਵੀ ਤੁਸੀਂ ਮੁਕਾਬਲਾ ਨਹੀਂ ਕਰ ਪਾਉਂਦੇ ਯੂਨੀਵਰਸਿਟੀ ਦਾ ਕਿਉਂਕਿ ਤੁਸੀਂ ਖਰਚੇ ਬਹੁਤ ਵਧਾ ਰੱਖੇ ਨੇ ਆਪਣੇ। ਸਰ ਮੈਂ ਇਸ ਗੱਲ ਨਾਲ ਥੋੜਾ ਬਹੁਤ ਸਹਿਮਤ ਹਾਂ। ਮੈਂ ਇਹਨੂੰ ਇਸ ਗੱਲ ਨੂੰ ਮੈਂ ਡਿਨਾਈ ਨਹੀਂ ਕਰੂੰਗਾ, ਮੈਂ ਬਿਲਕੁਲ ਡਿਨਾਈ ਨਹੀਂ ਕਰੂੰਗਾ। ਪੈਸ ਸਾਹਿਬ ਨੇ ਬਹੁਤ ਸਹੀ ਗੱਲ ਕਹੀ ਹੈ, ਮਿਸਮੈਨੇਜਮੈਂਟ ਪੰਜਾਬੀ ਯੂਨੀਵਰਸਿਟੀ 'ਚ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਹੀ ਘਟਾ ਦਿਓ। ਇਹਦਾ ਮਤਲਬ ਇਹ ਨਹੀਂ ਹੈ ਕਿ ਇੱਕ ਚੀਜ਼ ਖਰਾਬ ਹੋ ਗਈ ਤਾਂ ਉਹਦਾ ਗਲ ਹੀ ਵੱਢ ਦਿਓ। ਇਹ ਗਲ ਵੱਢਣ ਦੇ ਬਰਾਬਰ ਹੋਇਆ ਪਿਆ ਜੀ। ਪੰਜਾਬੀ ਯੂਨੀਵਰਸਿਟੀ ਬੰਦ ਕਰਨ ਦੀ ਪਲੈਨਿੰਗ ਹੈ। ਦੇਖੋ ਮੈਂ ਆਮ ਆਦਮੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਇਹਨਾਂ ਨਾਲ ਕੰਮ ਕੀਤਾ ਸਰ। ਇਹਨਾਂ ਦੀ ਪਾਲਿਸੀ ਹੀ ਇਹ ਹੈ ਕਿ ਇਹ ਜਿਹੜੀਆਂ ਸਰਕਾਰ ਦੀਆਂ ਯੂਨੀਵਰਸਿਟੀਜ਼ ਹੈਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬੀ ਪ੍ਰਮੋਟ ਕਰ ਰਹੀਆਂ, ਜਿਹੜੀ ਹਿਸਟਰੀ ਦੇ ਰਾਖੇ ਹੈ,
ਪੰਜਾਬ ਦੀ ਹਿਸਟਰੀ ਦੇ ਰਾਖੇ ਹੈ, ਜਿੱਥੇ ਐਡਾ ਪੁਰਾਣਾ ਇਤਿਹਾਸ ਪਿਆ ਸਾਡੇ ਗੁਰੂਆਂ ਤੋਂ ਲੈ ਕੇ ਸਾਡੇ ਸਰਦਾਰ ਗੰਡਾ ਸਿੰਘ ਤੱਕ ਦਾ ਜਿਹੜਾ ਪੰਜਾਬੀ ਇਤਿਹਾਸ ਪਿਆ, ਇਸ ਚੀਜ਼ ਨੂੰ ਜਿਹੜਾ ਹੈ ਇਹ ਪੰਜਾਬੀ ਯੂਨੀਵਰਸਿਟੀ ਨੂੰ ਬੰਦ ਚਲੋ ਮੈਂ 1 ਮਿੰਟ ਆ ਗਿਆ ਵਾਪਸ, ਆਉਂਦੇ 5 ਸਾਲ ਦੇ ਵਿੱਚ ਉਹ ਯੂਨੀਵਰਸਿਟੀ ਜਿਹੜੀ ਪਹਿਲਾਂ ਹੀ ਕਰਜ਼ੇ ਹੇਠ ਦੱਬੀ ਪਈ ਹੈ, 200 ਕਰੋੜ ਦੀ ਗ੍ਰਾਂਟ ਲੈ ਕੇ ਵੀ ਜਿਹੜੀ ਨਹੀਂ ਚੱਲ ਪਾ ਰਹੀ ਸੀ, ਉਹਦਾ ਜੇ ਤੁਸੀਂ ਹੋਰ ਬਜਟ ਘਟਾ ਦਿੰਦੇ ਹੋ, ਉਸਦੀ ਗ੍ਰਾਂਟ ਹੋਰ ਘਟਾ ਦਿੰਦੇ ਹੋ, ਉਹ ਸਰਵਾਈਵ ਕਿਵੇਂ ਕਰੇਗੀ, ਇਹ ਸਵਾਲ ਹੈ। ਜਗਜੀਤ ਸਿੰਘ ਧੂਰੀ ਸਾਹਿਬ ਵੀ ਕੁਝ ਐਡ ਆਨ ਕਰਨਾ ਚਾਹੁੰਦੇ ਨੇ ਯੂਨੀਵਰਸਿਟੀ ਦੇ ਮਸਲੇ ਦੇ ਵਿੱਚ। ਧੂਰੀ ਸਾਹਿਬ, ਕਈਆਂ ਦਾ ਸਵਾਲ ਇਹ ਵੀ ਹੁੰਦਾ ਹੈ ਕਿ ਇਹਨਾਂ ਯੂਨੀਵਰਸਿਟੀਆਂ ਨੂੰ ਇਸ ਕਰਕੇ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ ਕਿਉਂਕਿ ਬਹੁਤ ਸਾਰੇ ਪੋਲੀਟੀਸ਼ੀਅਨਸ ਦਾ ਇੰਟਰਸਟ ਪ੍ਰਾਈਵੇਟ ਯੂਨੀਵਰਸਿਟੀ ਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਵੀ ਹੁੰਦਾ। ਮਾਫ ਕਰਨਾ, ਤੁਸੀਂ ਵੀ ਪ੍ਰਾਈਵੇਟ ਕਾਲਜਾਂ ਦੇ ਨਾਲ ਜੁੜੇ ਹੋਏ ਹੋ ਸਕਦਾ ਕਿ ਇੰਟਰਸਟ ਸਰਕਾਰ ਦਾ ਇਸ ਕਰਕੇ ਹੋਵੇ ਕਿ ਤੁਹਾਨੂੰ ਮੁਨਾਫਾ ਦਿੱਤਾ ਜਾਵੇ, ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਜਾਂ ਕਾਲਜ ਨੇ ਉਹਨਾਂ ਨੂੰ ਥੱਲੇ ਰੱਖਿਆ ਜਾਵੇ। ਹਰਪ੍ਰੀਤ ਜੀ, ਮੇਰਾ ਸੰਬੰਧ ਨਾ ਪੰਜਾਬੀ ਯੂਨੀਵਰਸਿਟੀ ਨਾਲ ਬਹੁਤ ਗੂੜਾ, ਕਿਉਂਕਿ ਮੈਂ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਐਫੀਲੀਏਟਡ ਜਿੰਨੇ ਵੀ ਸੈਲਫ ਫਾਈਨਾਂਸਿੰਗ ਕਾਲਜਸ ਨੇ ਉਹਨਾਂ ਦਾ ਮੈਂ ਪ੍ਰੈਜ਼ੀਡੈਂਟ ਹਾਂ ਜੀ। ਤੇ ਮੈਂ 2004 ਤੋਂ ਇਸ ਯੂਨੀਵਰਸਿਟੀ ਨਾਲ ਐਫੀਲੀਏਟਡ ਕਾਲਜ ਚਲਾ ਰਹੇ ਹਾਂ ਅਸੀਂ। ਤੇ ਬੜਾ ਰੋਣਾ ਆਉਂਦਾ ਸਥਿਤੀ ਦੇਖ ਕੇ ਅੱਜ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈਗੀ ਹੈ। ਇਸੇ ਲਈ ਮੈਂ ਕਿਹਾ ਸੀ ਮੇਰੇ ਵੀ ਇਸ ਦੇ ਵਿੱਚ ਵਿਚਾਰ ਲੈ ਲਏ ਜਾਣ, ਕਿਉਂਕਿ ਅਸੀਂ 2004 ਤੋਂ ਲੈ ਕੇ 2023 ਤੱਕ ਦਾ ਯੂਨੀਵਰਸਿਟੀ ਦਾ ਸਫ਼ਰ ਦੇਖਿਆ ਵੀ ਕੀ ਹੋਇਆ। ਪਹਿਲਾਂ ਮੈਂ ਅੱਜ ਦੀ ਸਥਿਤੀ ਬਿਆਨ ਕਰਦੇ ਹਾਂ। ਅੱਜ ਜਿਹੜੇ ਸਾਡੇ ਕਾਲਜ ਐਫੀਲੀਏਟਡ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ, ਅੱਜ ਇਹ ਹਾਲਾਤ ਨੇ। ਅੱਗੇ ਕੋਈ ਐਗਜ਼ਾਮੀਨੇਸ਼ਨ ਫੀਸ ਭਰਨ ਦੀ, ਰਜਿਸਟ੍ਰੇਸ਼ਨ ਫੀਸ ਭਰਨ ਦੀ ਡੇਟਸ ਹੁੰਦੀਆਂ ਸੀ ਵੀ ਉਦੋਂ ਤੱਕ ਭਰਨਾ। ਹੁਣ ਯੂਨੀਵਰਸਿਟੀ ਤੋਂ ਹਰ ਰੋਜ਼ ਫੋਨ ਆਉਂਦਾ ਵੀ ਤੁਹਾਡੇ ਕੋਲ 1 ਬੱਚਾ ਦਾਖਲ ਹੋ ਗਿਆ, 1 ਦੀ ਫੀਸ ਭਰ ਦਿਓ, 2 ਜੇ ਦਾਖਲ ਹੋ ਗਏ ਤਾਂ 2 ਦੀ ਫੀਸ ਭਰ ਦਿਓ। ਤੇ ਅੱਜ ਯੂਨੀਵਰਸਿਟੀ ਦੇ ਕੋਲ ਇਹ ਹਾਲਾਤ ਨੇ ਵੀ ਉਹ ਆਨੇ ਬਹਾਨੇ 5000 ਤੋਂ ਲੈ ਕੇ 2-3 ਲੱਖ ਰੁਪਏ ਤੱਕ ਜੁਰਮਾਨੇ ਲਾ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਜਿਹੜੀ ਗੱਲ ਫੀਸ ਵਾਲੀ ਗੱਲ ਕੀਤੀ ਸੀ ਪ੍ਰੋਫੈਸਰ ਸਾਹਿਬ ਨੇ, ਭਾਵੇਂ ਕੋਰਸਾਂ ਦੀ ਫੀਸ ਬਹੁਤ ਘੱਟ ਹੈ, ਲੇਕਿਨ ਐਗਜ਼ਾਮੀਨੇਸ਼ਨ ਫੀਸ ਜਿਹੜੀ ਹੈਗੀ ਆ ਪੰਜਾਬੀ ਯੂਨੀਵਰਸਿਟੀ ਜਿੰਨੀ ਕਿਤੇ ਵੀ ਨਹੀਂ ਹੈਗੀ। ਨਾ ਪੰਜਾਬ ਯੂਨੀਵਰਸਿਟੀ 'ਚ, ਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ। ਜਿਵੇਂ ਮੈਂ ਬੀਐਡ ਕਾਲਜਾਂ ਨਾਲ ਸੰਬੰਧਿਤ ਗੱਲ ਕਰਾਂ, ਸਾਡੇ ਬੀਐਡ ਕਾਲਜਾਂ ਦਾ 2 ਸਾਲ ਦੇ ਵਿੱਚ ਯੂਨੀਵਰਸਿਟੀ ਇਕੱਲੀ ਉਹ 15000 ਲੈ ਜਾਂਦੀ ਹੈ ਪਰ ਬੱਚਾ, ਜਦ ਕਿ ਬਾਕੀ ਯੂਨੀਵਰਸਿਟੀ 1000-1500 ਰੁਪਏ ਫੀਸ ਆ। ਇੰਨੇ ਐਗਜ਼ਾਮੀਨੇਸ਼ਨ ਅਸੀਂ ਹੁਣ ਸਗੋਂ ਦੀ ਇਹ ਤਾਂ ਚੁੱਪ ਬੈਠੇ ਸੀ ਵੀ ਯੂਨੀਵਰਸਿਟੀ ਦੀ ਆਪਦੀ ਹਾਲਤ ਤੇ ਬਹੁਤ ਖਸਤਾ। ਅਦਰਵਾਈਜ਼ ਯੂਨੀਵਰਸਿਟੀ ਨੇ ਐਗਜ਼ਾਮੀਨੇਸ਼ਨ ਫੀਸ ਤੇ ਹੋਰ ਫੀਸਾਂ ਇੰਨੀਆਂ ਵਧਾ ਦਿੱਤੀਆਂ ਜਿਹਦਾ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਨਾਲ ਕੀਤਾ ਹੀ ਨਹੀਂ ਜਾ ਸਕਦਾ। ਸੜਕਾਂ ਉੱਥੇ ਟੁੱਟੀਆਂ ਪਈਆਂ ਨੇ, ਹਾਲਾਤ ਰਵੱਈਆ ਉੱਥੇ ਜਿਹੜਾ ਹੈਗਾ ਉਹੋ ਜਿਹਾ ਹੀ ਆ ਜਿਹੋ ਜਿਹਾ ਸਰਕਾਰੀ ਮੁਲਾਜ਼ਮਾਂ ਦਾ ਹੁੰਦਾ। ਠੀਕ ਹੈ। ਔਰ ਜਿਹੜੀ ਉੱਥੇ ਭਰਤੀ ਹੈ ਉਹ ਬਹੁਤ ਬੇਲੋੜੀ ਹੈ, ਇਹਨਾਂ ਯੂਨੀਵਰਸਿਟੀ ਕੋਲ ਕੰਮ ਨਹੀਂ ਹੈ। ਸੋ ਐਫੀਲੀਏਟਡ ਜਿਹੜੇ ਕਾਲਜ ਨੇ ਅੱਜ ਜੇ ਉਹਨਾਂ ਨੂੰ ਚੁਆਇਸ ਦੇ ਦਿੱਤੀ ਜਾਵੇ ਵੀ, ਵੈਸੇ ਸੰਭਵ ਨਹੀਂ ਹੈਗਾ ਕਿਉਂਕਿ ਇਲਾਕੇ ਵੰਡੇ ਹੋਏ ਨੇ, ਜੇ ਅੱਜ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਨੂੰ ਚੁਆਇਸ ਦੇ ਦਿੱਤੀ ਜਾਵੇ ਵੀ ਕਿਸੇ ਯੂਨੀਵਰਸਿਟੀ ਨਾਲ ਚਲਾ ਜਾਵੇ, ਤਾਂ ਕੋਈ ਵੀ ਕਾਲਜ ਅੱਜ ਦੀ ਡੇਟ 'ਚ ਪੰਜਾਬੀ ਯੂਨੀਵਰਸਿਟੀ ਨਾਲ ਐਫੀਲੀਏਟਡ ਰਹਿਣਾ ਨਹੀਂ ਚਾਹੁੰਦਾ, ਕਿਉਂਕਿ ਜਿਹੜਾ ਯੂਨੀਵਰਸਿਟੀ ਦਾ ਕੰਮ ਕਰਨ ਦਾ ਸਿਸਟਮ ਇਹੋ ਜਿਹਾ ਹੋ ਚੁੱਕਿਆ। ਔਰ ਜਿੰਨੇ ਵਾਈਸ ਚਾਂਸਲਰ 2004 ਤੋਂ ਲੈ ਕੇ ਹੁਣ ਤੱਕ ਮੈਂ ਦੇਖੇ ਨੇ, ਇਹਨਾਂ ਦੇ ਸਾਰੇ ਕਾਰਜਕਾਲ ਦੌਰਾਨ ਗਰੁੱਪਬਾਜ਼ੀ ਰਹੀ ਹੈ, ਧੜੇਬੰਦੀ ਰਹੀ ਹੈ, ਲੜਾਈਆਂ ਰਹੀਆਂ ਨੇ, ਪੋਲਿਟਿਕਸ ਹਾਵੀ ਰਹੀ ਹੈ। ਤੇ ਇਹੀ ਹਾਲਾਤ ਅਸੀਂ ਦੇਖਦੇ ਆ ਰਹੇ ਹਾਂ ਤੇ ਇਹੀ ਹਾਲਾਤ ਹੁਣ ਤੱਕ ਜਾਰੀ ਨੇ। ਗਰੋਵਰ ਸਾਹਿਬ ਕੋਲ ਚੱਲਦੇ ਹਾਂ, ਗਰੋਵਰ ਸਾਹਿਬ ਵੀ ਕੁਝ ਐਡ ਆਨ ਕਰਦੇ ਨੇ। ਗਰੋਵਰ ਸਾਹਿਬ ਕੋਲ ਚੱਲਦੇ ਹਾਂ। ਗਰੋਵਰ ਸਾਹਿਬ, ਹੁਣ ਵੱਡਾ ਸਵਾਲ ਇਹ ਵੀ ਹੈ ਕਿ ਬੱਚੇ ਹੁਣ ਤਿਆਰੀ ਕਰਨ, ਅੱਗੇ ਵੀ ਟੈਸਟ ਆਣੇ ਨੇ, ਪਰ ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰ ਭਰੋਸੇਯੋਗਤਾ ਥੜਕ ਜਾਂਦੀ ਹੈ ਕਿ ਯਾਰ ਜਿਨ੍ਹਾਂ ਨੇ ਐਗਜ਼ਾਮ ਦਿੱਤੇ ਵੀ ਹੋਣੇ ਨੇ ਉਹਨਾਂ ਦੇ ਵੀ ਮਨ ਦੇ ਵਿੱਚ ਇਹ ਗੱਲ ਜ਼ਰੂਰ ਘਰ ਕਰ ਗਈ ਹੋਣੀ ਹੈ ਕਿ ਹੋ ਸਕਦਾ ਸਾਡੇ ਵੇਰੀ ਵੀ ਕੁਛ ਨਾ ਕੁਛ ਗੜਬੜ ਹੋਈ ਹੋਵੇ। ਇੰਨੀ ਨਿਰਾਸ਼ਾ ਇਸ ਵੇਲੇ ਬੱਚਿਆਂ ਦੇ ਵਿੱਚ ਹੈ ਔਰ ਇੰਨੀ ਉਦਾਸੀਨਤਾ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਬੱਚੇ ਸੋਚ ਰਹੇ ਨੇ ਕਿ 2-2 ਸਾਲ ਹੋ ਗਏ ਸਾਨੂੰ ਤਿਆਰੀਆਂ ਕਰਦੇ ਹੋਏ, 3-3 ਸਾਲ ਹੋ ਗਏ ਤਿਆਰੀਆਂ ਕਰਦੇ ਹੋਏ, ਔਰ ਪਤਾ ਨਹੀਂ ਪੇਪਰ ਹੋਣੇ ਨੇ ਕਿ ਨਹੀਂ ਹੋਣੇ। ਜੇ ਹੋਣਗੇ ਤਾਂ ਉਹ ਠੀਕ ਤਰੀਕੇ ਨਾਲ ਹੋਣਗੇ ਵੀ ਕਿ ਨਹੀਂ ਹੋਣਗੇ। ਸੋ ਜਦੋਂ ਬੱਚਿਆਂ 'ਚ ਇੰਨੀ ਉਦਾਸੀਨਤਾ ਹੋ ਜਾਏ ਤਾਂ ਉਹਨਾਂ ਦਾ ਸਿਸਟਮ ਦੇ 'ਚ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਂਦਾ ਔਰ ਇਹ ਹੋ ਚੁੱਕਿਆ ਹੋਇਆ। ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਕਿ ਬੱਚਾ ਅੱਜ ਕੈਨੇਡਾ, ਆਸਟ੍ਰੇਲੀਆ ਕਿਉਂ ਜਾ ਰਿਹਾ, ਉਹ ਸਿਰਫ ਇਸੇ ਕਰਕੇ ਜਾ ਰਿਹਾ ਕਿ ਕਿਤੇ ਨਾ ਕਿਤੇ ਪਹਿਲਾਂ ਤਾਂ ਹੁੰਦਾ ਸੀ ਸਰਕਾਰ ਤੇ ਵਿਸ਼ਵਾਸ। ਮੈਂ ਤਾਂ ਬਹੁਤ ਪੁਰਾਣਾ ਪੰਜਾਬੀ ਯੂਨੀਵਰਸਿਟੀ ਦਾ ਵੀ ਪੜ੍ਹਨ ਵਾਲਾ ਹੈਗਾ। ਮੈਂ 75 ਤੋਂ ਲੈ ਕੇ 77 ਦੇ ਵਿੱਚ ਇੱਥੇ ਐਮਐਸਸੀ ਕੀਤੀ ਸੀਗੀ ਔਰ ਮੈਨੂੰ ਤਾਂ 72 ਦਾ ਸਮਾਂ ਵੀ ਯਾਦ ਹੈ ਕਿ ਮੋਗੇ ਦੇ ਚ ਐਜੀਟੇਸ਼ਨ ਹੋਈ ਸੀ। ਤਾਂ ਉਸ ਵੇਲੇ ਨੌਜਵਾਨ ਜਿਹੜਾ ਹੁੰਦਾ ਸੀ ਸਰਕਾਰ ਦੇ ਖਿਲਾਫ ਕੋਈ ਪ੍ਰੋਟੈਸਟ ਕਰ ਦਿੰਦਾ ਸੀਗਾ, ਪਰ ਅੱਜ ਤੱਕ ਕੋਈ ਪ੍ਰੋਟੈਸਟ ਕਿਤੇ ਹੈ ਹੀ ਨਹੀਂ। ਕਿਉਂ ਨਹੀਂ ਪ੍ਰੋਟੈਸਟ ਹੈਗਾ? ਕਿਉਂਕਿ ਬੱਚਾ ਕਹਿੰਦਾ ਕਿ ਛੱਡੋ ਪਰੇ, ਸਰਕਾਰਾਂ ਤੋਂ ਜਿਹੜਾ ਉਮੀਦ ਜਿਹੜੀ ਸੀ ਉਹ ਖਤਮ ਹੋ ਗਈ ਤੇ ਚਲੋ ਕਿਤੇ ਕੈਨੇਡਾ ਜਾ ਕੇ ਵਸ ਜਾਈਏ ਕਿ ਸ਼ਾਇਦ ਸਾਨੂੰ ਜ਼ਿੰਦਗੀ ਦੇ ਵਿੱਚ ਉੱਥੇ ਜਾ ਕੇ ਕੋਈ ਮੌਕਾ ਮਿਲ ਜਾਏ। ਔਰ ਇਹ ਬਹੁਤ ਖਤਰੇ ਦੀ ਘੰਟੀ ਹੈ ਸਾਡੇ ਦੇਸ਼ ਵਾਸਤੇ, ਸਾਡੇ ਪ੍ਰਦੇਸ਼ ਵਾਸਤੇ, ਕਿਉਂਕਿ ਇਹ ਬੱਚਾ ਨਹੀਂ ਜਾ ਰਿਹਾ, ਇਹ ਸਾਡੇ ਪ੍ਰਦੇਸ਼ ਦਾ ਭਵਿੱਖ ਜਿਹੜਾ ਸੀਗਾ ਉਹ ਬਾਹਰ ਜਾ ਰਿਹਾ।
ਸੋ ਸਾਨੂੰ ਮਤਲਬ ਕਿ ਬਹੁਤ ਸੋਚਣ ਦੀ ਇਸ ਦੇ ਜ਼ਰੂਰਤ ਹੈਗੀ ਹੈ ਕਿ ਅਸੀਂ ਜੇ ਬੱਚਿਆਂ ਨੂੰ ਆਪਣਾ ਇੱਥੇ ਰੋਕਣਾ ਹੈ ਤਾਂ ਉਹਨਾਂ ਵਾਸਤੇ ਸਾਨੂੰ ਕੋਈ ਨਾ ਕੋਈ ਸੋਚਣਾ ਪਏਗਾ ਕਿ ਉਹਨਾਂ ਨੂੰ ਦਿਖਾਣਾ ਪਏਗਾ ਕਿ ਤੁਹਾਡੇ ਵਾਸਤੇ ਸਾਡੇ ਦੇਸ਼ ਦੇ ਵਿੱਚ ਹੀ ਕੁਝ ਹੈਗਾ, ਤੁਹਾਡੀ ਪੜ੍ਹਾਈ ਕਰਕੇ ਤੁਹਾਨੂੰ ਇੱਥੇ ਕੁਝ ਮਿਲੇਗਾ। ਹੋ ਕੀ ਰਿਹਾ ਸਾਡੇ ਸਿਸਟਮ ਦੇ ਵਿੱਚ ਕਿ ਨਾ ਤਾਂ ਸਾਡਾ ਪੜ੍ਹਾਈ ਦਾ ਸਿਸਟਮ ਇੰਪਰੂਵ ਹੋਇਆ ਔਰ ਨਾ ਕਿਤੇ ਨੌਕਰੀਆਂ, ਉਹਨਾਂ ਨੂੰ ਆਪਣਾ ਫਿਊਚਰ ਨਜ਼ਰ ਆ ਰਿਹਾ ਔਰ ਜਦੋਂ ਫਿਊਚਰ ਨਜ਼ਰ ਨਹੀਂ ਆਉਂਦਾ ਤਾਂ ਉਸ ਵੇਲੇ ਜਿਹੜਾ ਸੀਗਾ ਤਾਂ ਇਹ ਸਮਝੋ ਕਿ ਅੱਜ ਨੌਜਵਾਨ ਦਾ ਦਬਕਾ ਜਿਹੜਾ ਸੀ ਸਭ ਤੋਂ ਵੱਡਾ ਦਬਕਾ ਹੈ, ਕਿਉਂਕਿ ਆਪਾਂ ਕਹਿੰਦੇ ਆ ਕਿ ਪੰਜਾਬ ਦੀ ਜਾਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਦਬਕਾ ਦੈਟ ਇਜ਼ ਉਹ ਨੌਜਵਾਨਾਂ ਦਾ ਦਬਕਾ ਹੈਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਪੰਜਾਬੀ ਦੀ ਕਹਾਵਤ ਹੈ ਕਿ ਰਿਜਕ ਵੀ ਹੁਣੇ ਆਦਮੀ ਜਾਣ ਮੁਹੱਬਤਾਂ ਤੋੜ। ਕਿਸੇ ਦਾ ਮਨ ਨਹੀਂ ਕਰਦਾ ਕਿ ਆਪਣਾ ਮੁਲਕ ਛੱਡ ਕੇ, ਆਪਣਾ ਦੇਸ਼ ਛੱਡ ਕੇ ਜਾਵੇ, ਪਰ ਜਦੋਂ ਰਿਜਕ ਤੋਂ ਵਿਹੂਣਾ ਹੋ ਜਾਂਦਾ ਤਾਂ ਉਹ ਮੁਹੱਬਤਾਂ ਤੋੜ ਕੇ ਚਲੇ ਜਾਂਦੇ ਨੇ। ਗਰਗ ਸਾਹਿਬ ਇੱਕ ਆਖਰੀ ਸਟੇਟਮੈਂਟ, ਕਿਵੇਂ ਇਸ ਮੁਸੀਬਤ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਨਿਕਲੇ ਜਾਂ ਇਹ ਜਿੰਨੀਆਂ ਵੀ ਇਮਤਿਹਾਨ ਲੈਣ ਵਾਲੀਆਂ ਸੰਸਥਾਵਾਂ ਨੇ ਇਹਨਾਂ ਵਾਸਤੇ ਕੀ ਸਬਕ ਹੋਣਾ ਚਾਹੀਦਾ ਅੱਗੇ ਤੋਂ ਕੋਈ ਅਜਿਹਾ ਕੰਮ ਨਾ ਹੋਵੇ ਕਿ ਬੱਚਿਆਂ ਦੇ ਭਵਿੱਖ ਨਾਲ ਸ਼ਰੇਆਮ ਖਿਲਵਾੜ ਹੋਵੇ? ਬਿਲਕੁਲ ਠੀਕ ਹੈ। ਮੈਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੀ ਗੱਲ 2 ਮਿੰਟ 'ਚ ਕਰਾਂਗਾ ਜੀ। ਜਿਹੜਾ ਪ੍ਰੋਫੈਸਰ ਸਾਹਿਬ ਨੇ 2,15,000 ਬੱਚਾ ਕਿਹਾ, ਪੰਜਾਬ 'ਚ ਟੋਟਲ ਬੱਚਾ BA ਤੋਂ ਲੈ ਕੇ MPhil PhD ਤੱਕ ਸਰਕਾਰੀ ਅੰਕ ਨੇ ਕਿ 3,75,000 ਤਾਂ ਟੋਟਲ ਹੈ। ਤੇ ਜਿਹੜਾ ਪ੍ਰਾਈਵੇਟ ਕਾਲਜ ਹੈ ਉਹ ਤਾਂ ਆਪਦੇ ਪੈਸੇ, ਜਿਵੇਂ ਜਗਜੀਤ ਸਿੰਘ ਜੀ ਨੇ ਕਿਹਾ, ਆਪਦੇ ਨਾਲ ਚਲਾ ਰਿਹਾ ਹੈ। ਇਹਨਾਂ ਕੋਲ ਤਾਂ 14 ਕੰਸਟੀਟਿਊਐਂਟ ਕਾਲਜ ਨੇ, ਇਹ ਕਹਿੰਦੇ 2,75,000 ਨੂੰ ਅਸੀਂ ਮੁਫਤ ਵਿੱਦਿਆ ਦੇ ਰਹੇ ਹਾਂ। ਇਹ ਜਿਹੜੇ ਇਹੋ ਜਿਹੇ ਅੰਕੜੇ ਦੇ ਕੇ ਯੂਨੀਵਰਸਿਟੀ, ਕਿਉਂਕਿ ਉਸ ਯੂਨੀਵਰਸਿਟੀ 'ਚ ਰਹੇ ਨੇ, ਇਹੋ ਜਿਹੇ ਅੰਕੜੇ ਦੇ ਕੇ ਲੋਕਾਂ ਨੂੰ ਦੱਸ ਦਿੰਦੇ ਨੇ। ਦੂਜਾ ਆਜ਼ਾਦੀ ਦਾ ਸਵਾਲ, ਤੁਸੀਂ ਸਵਾਲ ਕਰਿਆ ਸੀ, ਜਿਹੜਾ ਮੈਂ ਵੀ ਕਰਿਆ ਸੀ, ਤੁਸੀਂ ਵੀ ਇਹੀ ਕਰਿਆ ਸੀ ਵੀ ਵਾਈਸ ਚਾਂਸਲਰ ਵੱਲੋਂ ਹੋ ਪਾਉਣਾ ਗਲਤ ਸੀ। ਉਹ ਕਹਿੰਦੇ ਸਾਨੂੰ ਆਜ਼ਾਦੀ ਯੂਨੀਵਰਸਿਟੀ ਦੀ ਕੌਣ ਰੋਕਦਾ, ਹੋਣੀ ਚਾਹੀਦੀ ਹੈ। ਪਰ ਜਿਹੜਾ ਇੰਟਰਨਲ ਪੈਸਿਆਂ ਦੇ ਮਾਮਲੇ 'ਚ ਉਹਨਾਂ ਨੂੰ ਐਕੈਡੈਮਿਕਸ ਕੌਣ ਆਜ਼ਾਦੀ ਤੋਂ ਰੋਕਦਾ? ਤੀਜੀ ਗੱਲ ਵੇਸਟੇਜ, ਉਹ ਕਹਿੰਦੇ ਅਸੀਂ ਪੰਜਾਬੀ ਯੂਨੀਵਰਸਿਟੀਆਂ ਸੈਂਟੀਮੈਂਟਲ ਬਣਾਉਂਦੇ ਨੇ। ਆ ਭਾਈ ਕਾਨ ਸਿੰਘ ਨਾਭਾ ਦਾ ਸ਼ਬਦਕੋਸ਼ ਪਿਆ, ਭਾਸ਼ਾ ਵਿਭਾਗ ਨੇ ਛਾਪਿਆ, ਇਹਨਾਂ ਨੇ ਪੈਰਲਲ ਛਾਪਿਆ, ਗਲਤ ਛਾਪਤਾ, ਅੰਗਰੇਜ਼ੀ 'ਚ ਵੀ ਗਲਤ ਛਾਪਤਾ, ਹਿੰਦੀ 'ਚ ਵੀ ਉਹ ਡੰਪ ਪਿਆ, ਉਹਦੀ ਜ਼ਿੰਮੇਵਾਰੀ ਨਹੀਂ ਫਿਕਸ ਕਰ ਰਹੇ। ਆਹ ਡਿਕਸ਼ਨਰੀ ਪਈ ਆ ਪੰਜਾਬੀ ਦੀ, ਯੂਨੀਵਰਸਿਟੀ ਟੈਕਸਟ ਬੋਰਡ ਦੀ ਡਿਕਸ਼ਨਰੀ 'ਚ 80,000 ਸ਼ਬਦ ਹੈ, ਜ਼ਿਆਦਾ ਵਧੀਆ ਡਿਕਸ਼ਨਰੀ ਹੈ। ਇਹਨਾਂ ਨੇ ਪੈਰਲਲ ਮੂੰਹ ਧੱਕੇ ਨਾਲ ਵੀ ਅਸੀਂ ਵੀ ਛਾਪਾਂਗੇ, 30,000 ਸ਼ਬਦ ਹੈ ਤੇ ਉਹ ਅੱਧੀ ਗਲਤ ਹੈ। ਇਹ ਐਂ ਪੈਸੇ ਵੇਸਟ ਕਰਦੇ ਨੇ। ਇੱਕ ਤਾਂ ਇਹ, ਦੂਜਾ ਇੱਧਰ ਪੇਪਰਾਂ ਦਾ, ਫਿਰ ਮੈਂ ਦੋਹਾਂ ਦਾ ਹੱਲ ਦੱਸਦਾ ਜੀ। ਪੇਪਰਾਂ ਦੇ ਵਿੱਚ ਜਿੰਨਾ ਚਿਰ ਤੁਸੀਂ ਲੋਕਾਂ 'ਚ ਯਕੀਨ ਨਹੀਂ ਦਿਵਾ ਸਕਦੇ ਕਿ ਦੇਖੋ ਬਈ ਇੱਕ ਤਾਂ ਬੱਚਿਆਂ ਦਾ ਮਨੋਬਲ ਖਰਾਬ ਹੋ ਚੁੱਕਾ, ਦੂਜੀ ਗੱਲ ਹਾਂ ਉਹ ਵਿਸ਼ਵਾਸ ਟੁੱਟ ਗਿਆ। ਮੈਂ ਕਹਿੰਦਾ ਤੁਸੀਂ ਦੁੱਧ ਧੋਤੇ ਵੀ ਬੰਦੇ ਹੋ ਤਾਂ ਵੀ ਵਿਸ਼ਵਾਸ ਟੁੱਟ ਗਿਆ। ਇਹ ਵਿਸ਼ਵਾਸ ਬਣਾਉਣਾ ਹੁਣ ਸਰਕਾਰ ਦਾ ਕੰਮ ਹੈ। ਇਹ ਜਿਹੜੇ ਇਮਤਿਹਾਨ ਲੈਣ ਵਾਲੀਆਂ ਬਾਡੀਜ਼ ਨੇ, ਇਹਨਾਂ ਨੇ ਵਿਸ਼ਵਾਸ ਨਹੀਂ ਬਣਾਉਣਾ। ਇਹ ਪਹਿਲਾਂ ਸਰਕਾਰ ਵਿਸ਼ਵਾਸ ਬਣਾਵੇ ਵੀ ਹੁਣ ਤੱਕ ਜੋ ਹੋ ਗਿਆ, ਅਸੀਂ ਅੱਗੇ ਤੋਂ ਇਹ ਹੋਣ ਨਹੀਂ ਦੇਣਾ। ਦੂਜੀ ਗੱਲ ਮੈਂ ਇਹ ਕਹਾਂਗਾ, ਜਿਹੜੇ ਬੱਚਿਆਂ ਤੋਂ ਹੁਣ ਦੁਬਾਰਾ ਇਮਤਿਹਾਨ ਦੇਣਾ ਪਊਗਾ, ਉਹਨਾਂ ਦਾ ਕਿਰਾਇਆ ਘੱਟੋ ਘੱਟ ਜਿਹੜਾ ਹੈ, ਜਿਨ੍ਹਾਂ ਨੇ ਗਲਤੀ ਕਰੀ ਉਹਨਾਂ ਤੋਂ ਚਾਰਜ ਕਰਿਆ ਜਾਵੇ। ਉਹਨਾਂ ਨੂੰ ਐਡੇ ਤਨਖਾਹਾਂ ਮਿਲਦੀਆਂ ਨੇ, ਕਾਹਦੀਆਂ ਮਿਲਦੀਆਂ ਨੇ? ਕਦੀ ਸਜ਼ਾ ਨਾਲ ਨਹੀਂ ਸਰਦਾ। ਤੁਸੀਂ ਇੰਨੇ ਲੱਖਾਂ ਬੱਚਿਆਂ ਨੂੰ ਮਤਲਬ ਬੇਵਕੂਫ ਸਮਝਿਆ ਵੀ ਦੁਬਾਰਾ ਖਰਚਾ ਕਰੀ ਜਾਣਗੇ। ਤੀਜੀ ਗੱਲ ਜਿਹੜਾ ਹੈਗਾ ਯੂਨੀਵਰਸਿਟੀਆਂ ਦਾ, ਇੱਕ ਵਾਰੀ 200 ਕਰੋੜ ਦੇ ਵੀ ਦੇਣ ਯੂਨੀਵਰਸਿਟੀ ਨੂੰ, ਹੋਰ ਦੇ ਦੇਣ, ਕੋਈ ਫਰਕ ਨਹੀਂ ਪੈਂਦਾ। 380 ਜੇ 60 ਕਰੋੜ ਆਏ ਤਾਂ ਫਿਰ ਉਹ ਰੋਜ਼ ਹੀ ਖਰਚ ਕਰੀ ਜਾਣਗੇ। ਆਟੋਨੋਮੀ ਯੂਨੀਵਰਸਿਟੀ ਦਾ ਮਤਲਬ ਇਹ ਹੈ ਵੀ ਉਹ ਠੀਕ ਮੈਨੇਜ ਕਰਨਗੇ। ਇਹ ਠੀਕ ਨਹੀਂ ਕਰਦੇ, ਇਹ ਬਿਲਕੁਲ ਗਲਤ ਕਰ ਰਹੇ ਨੇ, ਪੈਸਾ ਵੇਸਟ ਕਰ ਰਹੇ ਨੇ। ਕਿਉਂਕਿ ਮੈਂ ਯੂਨੀਵਰਸਿਟੀ ਮੈਨੇਜ ਕਰਕੇ ਆਇਆ, ਜਿਹਦੇ 'ਚ ਇੱਕ ਵੀ ਪੈਸਾ ਸਰਕਾਰ ਨਹੀਂ ਦਿੰਦੀ ਸੀ। ਅਸੀਂ ਨਾਲ ਹਸਪਤਾਲ ਵੀ ਚਲਾ ਕੇ ਆਏ ਆ। ਆ ਜਿਹੜੀ ਆਯੁਰਵੇਦ ਯੂਨੀਵਰਸਿਟੀ ਹੈ, ਉਹਨੂੰ ਵੀ ਕੋਈ ਪੈਸਾ ਨਹੀਂ ਮਿਲਦਾ, ਉਹ ਵੀ ਮੈਨੇਜ ਕਰ ਰਹੀ ਹੈ। ਸੋ ਇਹ ਜਾਣ ਬੁੱਝ ਕੇ ਨਹੀਂ ਆਪਦਾ ਕਰ ਰਹੇ, ਪੈਸਾ ਵੇਸਟ ਕਰ ਰਹੇ ਨੇ। ਪਰ ਕਿਉਂਕਿ ਕੌਣ ਕਹੇ ਇਹਨਾਂ ਨੂੰ ਕੁਛ, ਤੇ ਇਹ ਅੱਜ ਲੋੜ ਹੈ ਕਿ ਸਰਕਾਰ, ਸਿੱਖਿਆ ਦੇ ਵਿੱਚ ਸਰਕਾਰ ਨੇ ਜੋ ਕੁਝ ਕਰਿਆ ਹੈ, ਉਹ ਟਾਕੀਆਂ ਲਾਉਣ ਦੀ ਐਵੇਂ ਵੀ ਐਂ ਕਰ ਦਾਂਗੇ, ਇੱਧਰ ਕਰ ਦਾਂਗੇ। ਸਿੱਖਿਆ ਦੇ ਵਿੱਚ ਮੈਨੂੰ ਲੱਗਦਾ ਇੰਟੈਲੈਕਚੁਅਲ ਇਨਪੁਟ ਇਸ ਬਜਟ ਚੋਂ ਮੈਨੂੰ ਕਿਤੇ ਨਜ਼ਰ ਨਹੀਂ ਆਈ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਜੁੜੇ ਰਹਿਣ ਦੇ ਲਈ, ਕਿਉਂਕਿ ਇਹ ਮੁੱਦੇ ਬੱਚਿਆਂ ਦੇ ਨਾਲ ਜੁੜੇ ਹੋਏ ਨੇ, ਬੱਚਿਆਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਨੇ, ਔਰ ਭਵਿੱਖ ਦੇ ਨਾਲ ਜਿਹੜੀਆਂ ਖਿਲਵਾੜ ਕਰਨ ਵਾਲੀਆਂ ਤਾਕਤਾਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਬੜਾ ਜ਼ਰੂਰੀ ਹੈ। ਪੰਜਾਬੀ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਹਦਾ ਸ਼ਾਨਾਮੱਤਾ ਇਤਿਹਾਸ ਹੈ, ਔਰ ਉਹ ਯੂਨੀਵਰਸਿਟੀ ਆਪਣਾ ਇਸ ਸ਼ਾਨਾਮੱਤੇ ਇਤਿਹਾਸ ਨੂੰ ਲੈ ਕੇ ਅੱਗੇ ਜਾਵੇ, ਇਹੀ ਸਾਰੇ ਦੁਆ ਵੀ ਕਰਦੇ ਨੇ। ਪਰ ਵੱਡਾ ਸਵਾਲ ਇਹ ਹੈ ਕਿ ਕਰਜ਼ੇ ਦੇ ਵਿੱਚ ਡੁੱਬੀ ਹੋਈ ਯੂਨੀਵਰਸਿਟੀ ਤੋਂ ਹੁਣ ਬਾਹਰ ਕਿਵੇਂ ਕੱਢਿਆ ਜਾਵੇ, ਕਿਉਂਕਿ ਬਹੁਤ ਥਾਵਾਂ ਤੇ ਇਹੀ ਵਿਰੋਧ ਦੇ ਵਿੱਚ ਆਇਆ ਸਾਹਮਣੇ ਕਿ ਆਪ ਹੀ ਆਪਣੀਆਂ ਮੁਸ਼ਕਲਾਂ ਸਹੇੜਨ ਵਾਲੀ ਯੂਨੀਵਰਸਿਟੀ ਖੁਦ ਵੀ ਹੈ। ਦੇਸ਼ ਤੋਂ ਨੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।